ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਇਹ ਆਪਣੇ ਆਪ ਨੂੰ ਨਾ ਪੁੱਛੋ ਕਿ ਮੇਰਾ ਦੇਸ਼ ਮੇਰੇ ਲਈ ਕੀ ਕਰ ਰਿਹਾ ਹੈ। ਆਪਣੇ ਆਪ ਨੂੰ ਇਹ ਪੁੱਛੋ ਕਿ ਮੈਂ ਆਪਣੇ ਦੇਸ਼ ਲਈ ਕੀ ਕਰ ਰਿਹਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਮੈਂ ਸੰਜੀਵ ਯਸ਼ ਖੰਨਾ ਲੈ ਕੇ ਹਾਜ਼ਰ ਪ੍ਰੋਗਰਾਮ ਪੰਜਾਬ ਚਰਚਾ। ਅੱਜ ਸਾਡੇ ਨਾਲ ਸਕਾਈਪ ਦੇ ਜ਼ਰੀਏ ਜੁੜੇ ਨੇ ਪੋਲੀਟੀਕਲ ਐਨਾਲਿਸਟ, सोशल एक्टिविस्ट पवनदीप शर्मा। वेलकम टू द शो पवनदीप जी। धन्यवाद जी। पवनदीप जी, काफ़ी गहमा गहमी है इलैक्शन दे माहौल दे विच। सारियां पार्टियां जोर ला रही ने अपना पूरा, ते हुण ते इलैक्शनस दी डेट भी अनाउंस हो गई 14 फरवरी। सानू लगदा सी कि ये एग्जाम साडे मार्च विच आउणगे, पर एक महीना पहलां ही आ गए ने। चोण जाब्ता भी लग गया 8 तरीक तो, ਤੇ ਇੱਕ ਤਰ੍ਹਾਂ ਦਾ ਕੈਂਪੇਨ ਕਰਫਿਊ ਵੀ ਸ਼ੁਰੂ ਹੋ ਗਿਆ ਕਿ ਤੁਸੀਂ ਕੋਈ ਕੈਂਪੇਨ ਨਹੀਂ ਕਰ ਸਕਦੇ। ਹੁਣ ਘਰ ਬਹਿ ਕੇ ਆਪਣੀ ਸਟ੍ਰੈਟਜੀ ਬਣਾਓ ਇਲੈਕਸ਼ਨਸ ਦੀ, ਤੇ ਤੁਹਾਡੇ ਕੋਲ ਇੱਕੋ ਇੱਕ ਚਾਰਾ ਬਚਿਆ ਹੈ, ਡਿਜੀਟਲ ਪਲੇਟਫਾਰਮਸ, ਜਿੱਥੋਂ ਤੁਸੀਂ ਲੋਕਾਂ ਤੱਕ ਆਪਣੇ ਵਿਚਾਰ ਪਹੁੰਚਾ ਸਕਦੇ ਹੋ। ਤੇ ਸਾਰੇ ਪੋਲੀਟੀਸ਼ੀਅਨਸ ਦੀ ਨੀਂਦ ਜੋ ਹੈ ਉੱਡ ਗਈ ਹੈ, ਕਿਉਂਕਿ ਰਾਤਾਂ ਨੂੰ ਜਾਗ ਕੇ ਉਹਨਾਂ ਨੇ ਮੈਨੀਫੈਸਟੋ ਵੀ ਬਣਾਉਣਾ ਹੈ, ਲਿਸਟਾਂ ਵੀ ਜਾਰੀ ਕਰਨੀਆਂ ਨੇ। ਹਾਂ, ਅਕਾਲੀ ਦਲ ਜ਼ਰੂਰ ਐਜ ਲੈ ਗਿਆ, ਕਿਉਂਕਿ ਉਹਨੇ ਆਪਣੇ ਬਹੁਤ ਸਾਰੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਨੇ। ਆਪ ਦਾ ਵੀ ਇਹੀ ਹਾਲ ਹੈ, ਤੇ ਕਾਂਗਰਸ ਨੇ ਹਜੇ ਲਿਸਟ ਜਾਰੀ ਕਰਨੀ ਹੈ। ਕਿਹਾ ਜਾਂਦਾ ਕਿ 20 ਜੋ ਸਿਟਿੰਗ MLA ਨੇ ਉਹਨਾਂ ਨੂੰ ਸ਼ਾਇਦ ਟਿਕਟ ਨਾ ਮਿਲੇ, ਉਹਨਾਂ ਦੀ ਵੀ ਨੀਂਦ ਹਰਾਮ ਹੈ। ਅਕਾਲੀ ਦਲ ਵਿੱਚ ਉਹ ਜਾ ਨਹੀਂ ਸਕਦੇ ਕਿਉਂਕਿ ਅਨਾਉਂਸ ਹੋ ਚੁੱਕੇ ਨੇ ਸਾਰੇ ਕੈਂਡੀਡੇਟਸ। ਆਪ ਦਾ ਵੀ ਇਹੀ ਹਾਲ ਹੈ, ਤੇ ਜੋ ਸੰਯੁਕਤ ਸਮਾਜ ਮੋਰਚਾ ਹੈ ਉੱਥੇ ਉਹ ਜਾ ਨਹੀਂ ਸਕਦੇ, ਕਿਉਂਕਿ ਉਹ ਐਡਜਸਟ ਕਰਨਗੇ ਨਹੀਂ, ਕਿਉਂਕਿ ਉਹਨਾਂ ਨੂੰ ਪੋਲੀਟੀਕਲ ਬੈਕਗਰਾਊਂਡ ਵਾਲੇ ਲੋਕ ਚਾਹੀਦੇ ਨਹੀਂ। ਤਾਂ ਫਿਰ ਆਪਸ਼ਨ ਬਚਦੀ ਹੈ BJP। ਸੋ ਅਸੀਂ BJP ਤੋਂ ਗੱਲ ਸ਼ੁਰੂ ਕਰਦੇ ਹਾਂ ਕਿ ਪਿਛਲੇ ਦਿਨੀ ਫਿਰੋਜ਼ਪੁਰ ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਬ੍ਰੀਚ ਦਾ ਮਾਮਲਾ ਬਹੁਤ ਜ਼ਬਰਦਸਤ ਉਭਰਿਆ ਪੋਲੀਟੀਕਲ ਗਰਾਊਂਡਸ ਦੇ ਉੱਤੇ, ਉਸ ਦਾ ਇਸ ਵਕਤ ਸਟੇਟਸ ਕੀ ਹੈ? ਕਿਉਂਕਿ ਸਾਰਾ ਮੈਟਰ ਤਾਂ ਹੁਣ ਸੁਪਰੀਮ ਕੋਰਟ ਕੋਲ ਹੈ, ਉਸ ਦੇ ਫੈਸਲੇ ਦਾ ਇੰਤਜ਼ਾਰ ਹੈ। देखो, बड़ा रेलेवेंट और बड़ा इंपॉर्टेंट इशू हैगा पिछले दिनी जो घटनाक्रम पंजाब ਦੇ ਵਿੱਚ ਸਾਰਿਆਂ ਦੇ ਸਾਹਮਣੇ ਦਰਪੇਸ਼ ਆਇਆ, ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਇੰਡੀਆ ਦੀ ਸਿਕਿਉਰਿਟੀ ਬ੍ਰੀਚ ਦਾ ਇਸ਼ੂ ਬੜੀ ਪ੍ਰੋਮੀਨੈਂਟਲੀ ਰੇਜ਼ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਨੇ ਫਿਰੋਜ਼ਪੁਰ ਆਪਣੀ ਰੈਲੀ ਨੂੰ ਸੰਬੋਧਨ ਕਰਨਾ ਸੀ। ਔਰ ਉਸ ਦਿਨ ਸਭ ਤੋਂ ਵੱਡੀ ਜਿਹੜੀ ਇਸ਼ੂ ਸੀਗਾ, ਵੱਡੀ ਗੱਲ ਸੀਗੀ, ਉਹ ਇਹ ਸੀਗੀ ਕਿ ਵੈਦਰ ਰਿਪੋਰਟ ਜਿਹੜੀ ਕਿ ਬਹੁਤ ਹੈਵੀ ਬਾਰਿਸ਼ ਸੀ ਉਸ ਦਿਨ ਦੇ ਵਿੱਚ। ਔਰ ਦੂਸਰਾ ਜਿਹੜਾ ਸੈਕਟਰ ਇੱਕ ਇਸ਼ੂ ਆ ਜਾਂਦਾ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਨੂੰ ਇੱਕ ਫਲਾਈਓਵਰ ਦੇ ਉੱਤੇ ਤਕਰੀਬਨ 20 ਮਿੰਟਾਂ ਦੇ ਉੱਤੇ ਸਟਕ ਉਹਨਾਂ ਨੂੰ ਕਰਨਾ ਪਿਆ, ਜਿਹਦੇ ਵਿੱਚ ਬਹੁਤ ਨੈਸ਼ਨਲ ਔਰ ਇੰਟਰਨੈਸ਼ਨਲ ਮੀਡੀਆ ਨੇ ਬਹੁਤ ਸਾਰੇ ਇਸ਼ੂਜ਼ ਰੇਜ਼ ਕੀਤੇ। ਹੌਟ ਕੇਕ ਬਣੀ ਹੋਈ ਹੈ ਸਾਰੀ ਖਬਰ, ਜਿਹਦੇ ਵਿੱਚ ਜੇ ਅਸੀਂ ਟੈਕਨੀਕਲੀ ਦੇਖੀਏ ਤੇ ਬਹੁਤ ਸਾਰੇ ਸਿਸਟਮ ਦੇ ਫਾਲਟਸ ਹੈਗੇ ਆ। SPG ਪ੍ਰੋਟੈਕਸ਼ਨ ਗਰੁੱਪ ਹੁੰਦਾ ਆ, ਇੰਟੈਲੀਜੈਂਸ ਬਿਊਰੋ ਹੁੰਦੀ ਹੈ, ਔਰ ਬਹੁਤ ਸਾਰੀ ਖੁਫੀਆ ਏਜੰਸੀਆਂ ਹੁੰਦੀਆਂ, ਪੰਜਾਬ ਸਰਕਾਰ ਦੀਆਂ ਵੀ, ਕੇਂਦਰ ਸਰਕਾਰ ਦੀਆਂ ਵੀ, ਜਿਨ੍ਹਾਂ ਨੇ ਉਹਨਾਂ ਦੀ ਸੁਰੱਖਿਆ ਨੂੰ ਬਿਲਕੁਲ ਅੱਛੀ ਤਰ੍ਹਾਂ ਮੇਨਟੇਨ ਕਰਨਾ ਹੁੰਦਾ, ਸਾਰੇ ਸਿਸਟਮ ਨੂੰ ਵਾਚਣਾ ਘੋਖਣਾ ਹੁੰਦਾ। ਪਰ ਉਸ ਦੇ ਵਿੱਚ ਜੇ ਅਸੀਂ ਸੰਜੀਵ ਜੀ ਬੜੀ ਇੰਪੋਰਟੈਂਟਲੀ ਦੇਖੀਏ ਕਿ ਉਹਨਾਂ ਦਾ ਰੂਟ ਪਲਾਨ ਜਿਹੜਾ ਸੀਗਾ ਔਨ ਦੀ ਸਪੌਟ ਜਿਹੜਾ ਉਹਨਾਂ ਨੂੰ ਚੇਂਜ ਵੀ ਕਰਨਾ ਪਿਆ, ਬਾਏ ਰੋਡ ਵੀ ਆਉਣਾ ਪਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਹੈਲੀਕਾਪਟਰ ਵੀ ਯੂਜ਼ ਨਹੀਂ ਸੀ ਕਰ ਸਕਦੇ, ਵੈਦਰ ਰਿਪੋਰਟ ਦੇ ਕਾਰਨ ਮੌਸਮ ਬਹੁਤ ਖਰਾਬ ਸੀ। ਔਰ ਦੂਸਰਾ ਪੱਖ ਇਹ ਵੀ ਹੈਗਾ ਕਿ ਜਿੱਥੇ ਚੁਣਾਵੀ ਉਹਨਾਂ ਨੇ ਸੰਬੋਧਨ ਵੀ ਕਰਨਾ ਸੀ, ਜਿੱਥੇ ਅਨਾਉਂਸਮੈਂਟਸ ਕਰਨੀਆਂ ਸੀ ਤਕਰੀਬਨ 42,750 ਕਰੋੜ ਰੁਪਏ ਦੀਆਂ, ਔਰ ਚੁਣਾਵੀ ਬਿਗੁਲ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਵਿੱਚ ਵਜਾਉਣਾ ਸੀ, ਉਹ ਉਹਨਾਂ ਦਾ ਧਰਿਆ ਧਰਾਇਆ ਉਸੇ ਤਰੀਕੇ ਦੇ ਨਾਲ ਹੀ ਰਹਿ ਗਿਆ। ਉਨੀ ਤਾਦਾਦ ਦੇ ਵਿੱਚ ਲੋਕ ਵੀ ਉੱਥੇ ਜਿਹੜੇ ਆ ਨਹੀਂ ਪਹੁੰਚ ਸਕੇ। ਔਰ ਪ੍ਰੋਮੀਨੈਂਟਲੀ ਜੇ ਅਸੀਂ ਦੇਖੀਏ, ਇਹ ਦੋਸ਼ ਜਿਹੜਾ ਬਲੇਮ ਗੇਮ ਚੱਲ ਰਹੀ ਹੈ ਫਿਰ ਪੰਜਾਬ ਸਰਕਾਰ ਦੇ ਵਿੱਚ ਔਰ ਕੇਂਦਰ ਸਰਕਾਰ ਦੇ ਵਿੱਚ, ਫੈਡਰਲ ਸਿਸਟਮ ਔਰ ਜਿਹੜਾ ਸਟੇਟ ਹੈਗਾ ਇੱਕ ਦੂਜੇ ਦੇ ਉੱਤੇ ਬਲੇਮ ਗੇਮ ਕਰ ਰਿਹਾ। ਚੰਨੀ ਸਰਕਾਰ ਦੇ ਉੱਪਰ ਆਰੋਪ ਪ੍ਰਤਿਆਰੋਪ ਲਗਾਏ ਜਾ ਰਹੇ ਨੇ ਕਿ ਉਹਨਾਂ ਨੇ ਹੀ ਸਿਕਿਉਰਿਟੀ ਲੈਬਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਹੈਗੀ ਆ। ਉਹਨਾਂ ਨੇ ਪ੍ਰੋਟੈਸਟਰਸ ਦੇ ਰੂਪ ਦੇ ਵਿੱਚ ਆਏ ਕਿਸਾਨ ਜਿਹੜੇ ਆ ਉਹਨਾਂ ਨੂੰ ਰੋਕਥਾਮ ਉਹਨਾਂ ਦੇ ਨਹੀਂ ਕੀਤੀ, ਉਹਨਾਂ ਨੂੰ ਰੋਕਣ ਦੇ ਵਿੱਚ ਉਹ ਸਫਲ ਨਹੀਂ ਹੋਏ। ਔਰ ਦੂਸਰੇ ਪੱਖ ਨਾਲ ਜੇ ਅਸੀਂ ਦੇਖੀਏ ਕਿ ਆਪਣੀ ਜਿਹੜੀ ਪੰਜਾਬ ਸਰਕਾਰ ਹੈ, ਚੰਨੀ ਗਵਰਨਮੈਂਟ ਹੈ, ਉਹ ਕਹਿ ਰਹੀ ਹੈਗੀ ਆ ਕਿ ਪ੍ਰਧਾਨ ਮੰਤਰੀ ਨੇ ਰੋਡ ਰਾਹੀਂ ਜਿਹੜਾ ਰੂਟ ਤੈਅ ਕੀਤਾ ਸਪੌਂਟੇਨੀਅਸ, ਉਹਦੇ ਵਿੱਚ ਥੋੜੀ ਕਿਤੇ ਨਾ ਕਿਤੇ ਖਰਾਬੀ ਸੀਗੀ। ਔਰ ਕੋਈ ਵੀ ਪ੍ਰੋਟੈਸਟਰ ਜਿਹੜਾ ਉਹਨਾਂ ਦੇ ਬਹੁਤ ਨੇੜੇ ਨਹੀਂ ਸੀ ਆਇਆ। ਔਰ ਸੋਸ਼ਲ ਮੀਡੀਆ ਔਰ ਵੱਖ-ਵੱਖ ਮੀਡੀਆ ਦੇ ਉੱਤੇ ਪ੍ਰੋਮੀਨੈਂਟਲੀ ਸਾਨੂੰ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਜਿਹੜੇ ਭਾਜਪਾ ਦੇ ਹੀ ਕਾਰਿਆਕਰਤਾ ਜਿਹੜੇ ਜ਼ਿਆਦਾ ਦੇਖਣ ਨੂੰ ਮਿਲਦੇ ਸੀ, ਸਲੋਗਨਸ ਪ੍ਰਵੇਲ ਕਰ ਰਹੇ ਸੀ, ਨਾਰੇ ਲਗਾ ਰਹੇ ਸੀ, ਝੰਡੇ ਫਲੈਗਸ਼ਿਪ ਕਰ ਰਹੇ ਸੀ, ਔਰ ਵੱਡੀ ਤਾਦਾਦ ਦੇ ਵਿੱਚ ਭਾਜਪਾ ਦੇ ਹੀ ਲੋਕ ਉਹਨਾਂ ਦੇ ਲਾਗੇ ਜਾ ਕੇ ਮੋਦੀ ਜਿੰਦਾਬਾਦ ਦੇ ਨਾਰੇ ਉਹ ਲਗਾ ਰਹੇ ਸੀ।
ਪਰ ਇਸ ਦੇ ਵਿੱਚ ਜੇ ਅਸੀਂ ਇਹਨੂੰ ਘੋਖੀਏ, ਅੱਛੀ ਤਰੀਕੇ ਦੇ ਨਾਲ ਘੋਖੀਏ ਕਿ ਜਿੱਥੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਅਫਸਰਾਨਾਂ ਉੱਪਰ ਕਾਰਵਾਈ ਕੀਤੀ ਗਈ ਹੈ, ਕਿਸੇ ਨੂੰ ਸਸਪੈਂਡ ਕੀਤਾ ਗਿਆ, ਕਿਸੇ ਨੂੰ ਟਰਾਂਸਫਰ ਕੀਤਾ ਗਿਆ, ਔਰ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕੇਸ ਚਲਾ ਗਿਆ ਹੈਗਾ। NGO ਨੇ ਵੀ ਇੱਕ ਫਾਈਲ ਕੀਤਾ ਹੈਗਾ, ਇਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਕਿ ਜੇ IG SPG ਇਸ ਚੀਜ਼ ਦੀ ਘੋਖ ਕਰਨਗੇ, ਇਸ ਚੀਜ਼ ਦੀ ਇਨਕੁਆਇਰੀ ਕਰਨਗੇ, ਤਾਂ ਕਦੀ ਵੀ SPG ਗਰੁੱਪ ਦੀ ਕਮੀਆਂ ਖਾਮੀਆਂ ਜਿਹੜੀਆਂ ਉਹ ਦੇਸ਼ ਦੇ ਸਾਹਮਣੇ ਨਹੀਂ ਆਪਣੀ ਰਿਪੋਰਟ ਦੇ ਵਿੱਚ ਲੈ ਕੇ ਆਉਣਗੀਆਂ। ਇਸ ਕਰਕੇ ਰਿਕਾਰਡ ਮੰਗਾਇਆ ਗਿਆ ਹੈਗਾ। ਪੂਰੀ ਉਹਨਾਂ ਦੇ ਕੈਵਲਕੈਡ ਦਾ ਜੋ ਸਿਸਟਮ ਸੀ, ਸਿਨੈਰੀਓ ਸੀ, ਜਿਸ ਤਰੀਕੇ ਨਾਲ ਉਹਨਾਂ ਨੇ ਇਕੱਠੇ ਲੰਘਣਾ ਸੀ ਉਸ ਰੂਟ ਦੇ ਉੱਤੋਂ, ਉਹ ਸਾਰਾ ਸਿਕਿਉਰਿਟੀ ਪ੍ਰੂਫਿੰਗ ਦਾ ਰਿਕਾਰਡ ਮੰਗਾ ਲਿਆ ਗਿਆ ਸੁਪਰੀਮ ਕੋਰਟ ਵੱਲੋਂ ਕਿ ਇਸ ਗੱਲ ਦੀ ਬੜੀ ਨਿਰਪੱਖ ਤੌਰ ਦੇ ਨਾਲ ਜਾਂਚ ਘੋਖ ਕੀਤੀ ਜਾ ਸਕੇ। ਪਰ ਸੰਜੀਵ ਜੀ, ਇੱਕ ਹੋਰ ਇੰਪੋਰਟੈਂਟ ਗੱਲ ਹੈਗੀ ਹੈ, ਜੇ ਪੰਜਾਬ ਦੇ ਵਿੱਚ ਤੁਸੀਂ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਹੋਊਗਾ ਕਿ ਜੇ ਸਿਕਿਉਰਿਟੀ ਦੀ ਗੱਲ ਕਰੀਏ ਜਾਂ ਪ੍ਰਸ਼ਾਸਨਿਕ ਅਮਲੇ ਦੀ ਗੱਲ ਕਰੀਏ ਜਾਂ ਪੁਲਿਸ ਫੋਰਸਿਸ ਦੀ ਗੱਲ ਕਰੀਏ, ਅੱਜ ਵੀ ਪੰਜਾਬ ਦੇ ਉੱਪਰੋਂ ਪਿਛਲੇ ਸਰਕਾਰਾਂ ਵੱਲੋਂ ਜਿਵੇਂ ਬਰਗਾੜੀ ਕਾਂਡ ਹੈਗਾ, ਕੋਟਕਪੂਰਾ ਦੀਆਂ ਗੱਲਾਂ ਹੈਗੀਆਂ, ਜਿੱਥੇ ਭੀੜ ਨੂੰ ਖਦੇੜਨਾ ਜਾਂ ਭੀੜ ਨੂੰ ਆਸੇ-ਪਾਸੇ ਕਰਨਾ ਜਾਂ ਲੋਕਾਂ ਨੂੰ ਕਿਸੇ ਧਰਨੇ ਵਾਲੀ ਜਗ੍ਹਾ ਤੋਂ ਉਠਾਉਣਾ ਜਾਂ ਪ੍ਰੋਟੈਸਟ ਨੂੰ ਕਲੀਅਰ ਕਰਨਾ, ਉਹ ਬੜਾ ਹੀ ਜ਼ੋਖਮ ਭਰਿਆ ਕੰਮ ਹੁੰਦਾ ਹੈ। ਪੰਜਾਬ ਦੀਆਂ ਫੋਰਸਿਸ ਲਈ ਵੀ, ਪੁਲਿਸ ਲਈ ਵੀ ਪਿਛਲੇ ਸਮੇਂ ਦੇ ਵਿੱਚ ਵੇਖਿਆ ਕਿ ਲੀਡਰਾਂ ਆਪੋ ਆਪਣੇ ਬਿਆਨ, ਆਪੋ ਆਪਣੀਆਂ ਗੱਲਾਂ ਤੇ ਕਰ ਜਾਂਦੇ ਨੇ, ਪਰ ਅਮਲ ਦਰਾਮਦ ਕਰਾਉਣ ਵੇਲੇ, ਇੰਪਲੀਮੈਂਟੇਸ਼ਨ ਕਰਾਉਣ ਵੇਲੇ ਜੇ ਪੁਲਿਸ ਫੋਰਸ ਨੂੰ ਆਪਣੇ ਬਲ ਪ੍ਰਯੋਗ ਕਰਨਾ ਪੈਂਦਾ ਹੈਗਾ, ਤਾਕਤ ਦਾ ਸਹਾਰਾ ਲੈਣਾ ਪੈਂਦਾ ਹੈ, ਤੇ ਇਨ ਦੀ ਐਂਡ ਫਿਰ ਗਾਜ ਵੀ ਜਿਹੜੀ ਉਹਨਾਂ ਦੇ ਉੱਪਰ ਆ ਕੇ ਹੀ ਡਿੱਗਦੀ ਹੈਗੀ। ਪਿਛਲੇ ਸਮੇਂ ਦੇ ਵਿੱਚ ਵੀ ਪੁਲਿਸ ਨੂੰ ਡੂ ਔਰ ਡਾਈ ਵਾਲੀ ਸਿਚੁਏਸ਼ਨ ਬਣ ਜਾਂਦੀ ਹੈ ਜੇ ਉਹ ਪ੍ਰਾਈਮ ਮਿਨਿਸਟਰ ਮੋਦੀ ਦੇ ਮਾਮਲੇ ਦੇ ਵਿੱਚ ਵੀ ਪੁਲਿਸ ਕਾਰਵਾਈ ਕਰਦੀ, ਪ੍ਰੋਟੈਸਟਰਸ ਨੂੰ ਹਟਾਉਂਦੀ, ਜਾਂ ਉਹ ਕਾਫੀ ਡਿਸਟੈਂਸ ਤੇ ਸੀਗੇ ਵੈਸੇ ਟੈਕਨੀਕਲੀ ਤੇ ਜੇ ਉਹਨਾਂ ਨੂੰ ਹਟਾਉਂਦੀ ਤਾਂ ਵੀ ਕੋਈ ਨਾ ਕੋਈ ਉੱਥੇ ਵਾਰਦਾਤ ਹੋ ਜਾਂਦੀ, ਕਿਤੇ ਗੋਲੀ ਚੱਲਣ ਦੇ ਆਸਾਰ ਬਣਦੇ, ਤੇ ਤਾਂ ਵੀ ਫਿਰ ਕਾਰਵਾਈ ਜਿਹੜੀ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹੀ ਹੋਣੀ ਹੁੰਦੀ ਹੈ। ਉਹਨਾਂ ਦਾ ਹਾਲਾਤ ਤੇ ਮੂੰਹ ਦੇ ਵਿੱਚ ਛਿਪਕਲੀ ਵਾਲੇ ਬਣ ਜਾਂਦੇ ਨੇ, ਨਾ ਉਹ ਬਾਹਰ ਕੱਢ ਸਕਦੇ ਆ, ਨਾ ਉਹ ਨਿਕਲ ਸਕਦੇ ਆ। ਸੋ ਇਸ ਕਰਕੇ ਪੁਲਿਸ ਫੋਰਸ ਵਾਸਤੇ ਵੀ ਬੜਾ ਔਖਾ ਹੁੰਦਾ, ਪਰ ਇਹਦੇ ਵਿੱਚ ਸਿਕਿਉਰਿਟੀ ਲੈਬ ਜ਼ਰੂਰ ਪ੍ਰਧਾਨ ਮੰਤਰੀ ਦੀ ਇਸ ਸੁਰੱਖਿਆ ਕਵਚ ਦੇ ਵਿੱਚ ਜ਼ਰੂਰ ਆਇਆ ਹੈਗਾ, ਔਰ ਇਹਦੇ ਵਿੱਚ ਕੱਲੀ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੇ ਫੋਰਸਿਸ ਦੀ ਹੀ ਜ਼ਿੰਮੇਵਾਰੀ ਨਹੀਂ ਬਣਦੀ, ਕੇਂਦਰੀ ਏਜੰਸੀਆਂ ਦੀ, ਖੂਫੀਆ ਏਜੰਸੀਆਂ ਦੀ ਔਰ ਮਿਨਿਸਟਰੀ ਆਫ ਹੋਮ ਅਫੇਅਰਸ ਦੀ ਵੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਕਿ ਉਹਨਾਂ ਨੂੰ ਪੰਜਾਬ ਦੇ ਸਾਰੇ ਸਿਸਟਮ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਇੱਕ ਸਟ੍ਰੀਮਲਾਈਨ ਕਰਕੇ ਹੀ ਉਹਨਾਂ ਦੀ ਸੁਰੱਖਿਆ ਪ੍ਰਤੀ ਸਾਰੀ ਜਾਗਰੂਕਤਾ ਹੋਣੀ ਚਾਹੀਦੀ ਸੀ। ਔਰ ਮੈਟਰੋਲੋਜੀਕਲ ਡਿਪਾਰਟਮੈਂਟ ਨੂੰ ਵੀ ਪਤਾ ਹੁੰਦਾ ਕਿ ਵੈਦਰ ਰਿਪੋਰਟ ਕੀ ਹੈਗੀ ਆ, ਬਾਰਿਸ਼ ਕਿਸ ਤਰ੍ਹਾਂ ਦੀ ਹੋਣੀ ਹੈਗੀ ਆ, ਕੀ ਉੱਥੇ ਉਨੀ ਤਾਦਾਦ ਦੇ ਵਿੱਚ ਲੋਕ ਪਹੁੰਚ ਪਾਉਣਗੇ। ਫਿਰ ਇਹ ਪ੍ਰੋਪੇਗੈਂਡਾ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਵੋਟਾਂ ਨੂੰ ਪੋਲਰਾਈਜ਼ ਕਰਨ ਦੇ ਲਈ, ਹਿੰਦੂ ਵੋਟ ਕੱਟ ਨੂੰ ਵੀ ਲੈਣ ਦੇ ਲਈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤਰੀਕੇ ਜਾ ਰਹੀਆਂ ਨੇ ਕਿ ਉਹਨਾਂ ਦੇ ਧਿਆਨ ਦੇ ਵਿੱਚ ਸੀਗਾ ਕਿ ਕਿਸ ਤਰ੍ਹਾਂ ਅਸੀਂ ਵੋਟ ਪੋਲਰਾਈਜੇਸ਼ਨ ਕਰਨੀ ਹੈ, ਕਿਸ ਤਰ੍ਹਾਂ ਇੱਕ ਇਮੇਜ ਡਿਵੈਲਪ ਕਰਨੀ ਹੈਗੀ ਆ ਪੰਜਾਬ ਦੀ, ਜਿਹਦੇ ਵਿੱਚ ਇਹ ਪ੍ਰਮੁੱਖ ਤੌਰ ਤੇ ਨਿਕਲ ਕੇ ਆਵੇ ਕਿ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਹੈਗੇ ਨੇ, ਕਿਸਾਨੀ ਹੈਗੀ ਆ, ਜਾਂ ਹੋਰ ਅੱਤਵਾਦੀ ਜਥੇਬੰਦੀਆਂ ਵੀ, ਜੇ ਮੈਂ ਕਹਾਂ ਜਿਸ ਤਰ੍ਹਾਂ ਕਿ ਬਾਹਰਲੇ ਸੂਬਿਆਂ ਦੇ ਵਿੱਚੋਂ ਸਿੱਖ ਫॉर ਜਸਟਿਸ ਹੈਗੀ ਆ, ਉਹਨਾਂ ਦੇ ਜੋ ਬਿਆਨ ਹੈਗੇ ਆ ਉਹ ਸਾਰੀਆਂ ਸੁਪਰੀਮ ਕੋਰਟ ਦੇ ਵਿੱਚ ਵੈਲਿਡ ਬਣਾ ਕੇ ਕੁਐਸਚਨਸ ਵੀ ਜਿਹੜੇ ਉਹ ਦਿਖਾਏ ਜਾ ਰਹੇ ਨੇ। ਔਰ ਇਹ ਸਾਰੇ ਸਿਨੈਰੀਓ ਨੂੰ ਕ੍ਰੀਏਟ ਕਰਨਾ, ਵੋਟ ਪੋਲਰਾਈਜੇਸ਼ਨ ਕਰਨੀ, ਔਰ ਇਹ ਪੂਰੇ ਦੇਸ਼ ਦੇ ਵਿੱਚ ਨੈਸ਼ਨਲ ਮੀਡੀਆ ਵੱਲੋਂ ਵੀ ਇਹ ਜਤਾਉਣਾ, ਦਿਖਾਉਣਾ ਕਿ ਪੰਜਾਬ ਦੇ ਲੋਕ ਭਾਰਤੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਖਿਲਾਫ ਹੈਗੇ ਨੇ, ਔਰ ਉਹ ਕੋਈ ਪੰਜਾਬ ਦੇ ਲੋਕ ਖਾਲਿਸਤਾਨ ਦੀ ਮੰਗ ਕਰਦੇ ਨੇ, ਜਾਂ ਫਿਰ ਇਹ ਦੇਸ਼ ਵਿਰੋਧੀ ਲੋਕ ਹੈਗੇ ਨੇ, ਜਾਂ ਫਿਰ ਖਾਲਿਸਤਾਨੀ ਹੈਗੇ ਨੇ। ਸੋ ਇਹ ਸਾਰਾ ਸਿਨੈਰੀਓ ਕ੍ਰੀਏਟ ਕਰਨਾ, ਔਰ ਸਾਰੇ ਇਸ ਮਾਹੌਲ ਨੂੰ ਜਿਹੜਾ ਇੰਪੋਰਟੈਂਟ, ਜਿਹੜਾ ਪੰਜਾਬ, ਦੇਖੋ ਪੰਜਾਬ ਨੇ 1984 ਦੇ ਸਮੇਂ ਤੋਂ ਲੈ ਕੇ ਬਹੁਤ ਸਾਰੇ ਦੁੱਖ ਭੋਗੇ ਹੈਗੇ ਆ। ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਇੰਪਲੋਇਮੈਂਟ ਨਹੀਂ ਹੈਗੀ, ਕਿਸੇ ਤਰ੍ਹਾਂ ਦਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਨਹੀਂ ਹੈਗਾ, ਵਾਟਰ ਟੇਬਲ ਪੰਜਾਬ ਦਾ ਬਹੁਤ ਚਲਾ ਗਿਆ, ਪਾਣੀ ਡੂੰਘਾ ਤੇ ਜ਼ਹਿਰੀਲਾ ਹੋ ਗਿਆ, ਲੋਕਾਂ ਨੂੰ ਪੜ੍ਹਾਈ ਦੇ ਮਾਮਲੇ ਵਿੱਚ ਬਹੁਤ ਪਛੜ ਗਏ ਨੇ। ਬੇਸ਼ੱਕ ਕੋਵਿਡ ਦੇ ਦੌਰਾਨ ਜੇ ਸਕੂਲ ਨਹੀਂ ਲੱਗੇ, ਆਨਲਾਈਨ ਪੜ੍ਹਾਈ ਨੂੰ ਹੀ ਦਰਸਾ ਕੇ ਪੰਜਾਬ ਦੇ ਵਿੱਚ ਉਹਨੂੰ ਫਰਸਟ ਨੰਬਰ ਜਿਹੜਾ ਦੇਸ਼ ਦੇ ਵਿੱਚ ਦੱਸ ਦਿੱਤਾ ਗਿਆ, ਪਰ ਅਮਲ ਦਰਾਮਦ ਜੇ ਇਹਨਾਂ ਚੀਜ਼ਾਂ ਦੀ ਦੇਖੀਏ, ਅਮਲ ਹਕੀਕੀ ਦੇਖੀਏ, ਤੇ ਇਦਾਂ ਦੀ ਕੋਈ ਵੀ ਗੱਲ ਸਾਨੂੰ ਦੇਖਣ ਨੂੰ ਨਹੀਂ ਮਿਲਦੀ। ਔਰ ਜੇ ਅਸੀਂ ਰੋਡ ਸੇਫਟੀ ਦੀ ਗੱਲ ਕਰਦੇ ਹਾਂ ਤਾਂ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਮਾਈਨਿੰਗ ਦਾ ਮਾਫੀਆ ਪੰਜਾਬ ਦੇ ਵਿੱਚ ਬੜਾ ਸਰਮਾਰ ਹੈਗਾ, ਟਰਾਂਸਪੋਰਟ ਮਾਫੀਆ ਬੜਾ ਸਰਮਾਰ ਹੈਗਾ, ਨਹੀਂ ਮਿਲਦੀ, ਸਸਤੀ ਬਿਜਲੀ ਨਹੀਂ ਮਿਲਦੀ, ਸਰਕਾਰਾਂ ਵੱਲੋਂ ਗੁੰਮਰਾਹ ਕੀਤਾ ਜਾਂਦਾ ਹੈ ਕਿ ਬਿਜਲੀ ਸਸਤੀ ਕੀਤੀ ਗਈ ਆ, ਅਸੀਂ ਕੰਟਰੈਕਟ ਰੱਦ ਕਰਾਂਗੇ, ਪਰ ਉਹ ਵੀ ਅਜਿਹੇ ਪੂਰਨ ਤੌਰ ਦੇ ਉੱਤੇ ਹੋਏ ਨਹੀਂ, ਜਿਹੜੇ ਹੋਏ ਵੀ ਉਹਨਾਂ ਦੇ ਉੱਤੇ ਵੀ ਟ੍ਰਿਬਿਊਨਲ ਨੇ ਸਟੇ ਦਿੱਤਾ ਹੋਇਆ। ਸੋ ਇਦਾਂ ਦੇ ਬਹੁਤ ਸਾਰੇ ਲਾਰਜਰ ਇਸ਼ੂਜ਼ ਹੈਗੇ ਆ ਪੰਜਾਬ ਦੇ ਵਿੱਚ, ਪਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਸ਼੍ਰੀ ਨਰਿੰਦਰ ਮੋਦੀ ਨੂੰ ਇਹ ਸਾਰੀਆਂ ਚੀਜ਼ਾਂ, ਸਾਰਾ এনवायरमेंट ਕ੍ਰੀਏਟ ਕਰਨ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਘੋਖ ਲੈਣੀ ਚਾਹੀਦੀ ਸੀ। ਉਹਨਾਂ ਦੇ ਪ੍ਰੋਟੈਕਸ਼ਨ ਗਰੁੱਪ ਨੂੰ, ਖੂਫੀਆ ਏਜੰਸੀਆਂ ਨੂੰ, ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਵੀ ਦੇਖ ਲੈਣਾ ਚਾਹੀਦਾ ਸੀ ਕਿ ਜੇ ਪੰਜਾਬ ਦੇ ਵਿੱਚ ਵੈਦਰ ਕਿਦਾਂ ਦਾ ਹੈਗਾ, ਬਾਰਿਸ਼ ਕਿਦਾਂ ਦੀ ਹੈਗੀ ਆ, ਫਿਰ ਉਹ ਸਾਰੇ ਸਿਸਟਮ ਦੇ ਵਿੱਚ ਲੋਕਾਂ ਨੇ ਉਸ ਰੈਲੀ ਦੇ ਵਿੱਚ ਉਨੀ ਤਾਦਾਦ ਦੇ ਵਿੱਚ ਨਹੀਂ ਸੀ ਪਹੁੰਚਣਾ,
ਔਰ ਇੱਕ ਪ੍ਰਾਈਮ ਮਿਨਿਸਟਰ ਨੇ ਜਦੋਂ ਬੋਲਣਾ ਹੋਵੇ, ਐਡਰੈਸ ਕਰਨਾ ਹੋਵੇ, ਤੇ ਜੇ ਉੱਥੇ 1.5 ਲੱਖ ਬੰਦਾ ਵੀ ਨਾ ਹੋਵੇ ਤੇ ਫਿਰ ਉਹਨਾਂ ਦਾ ਸ਼ਰਮ ਦਾ ਬਾਇਸ ਇਹ ਬਣ ਜਾਂਦਾ ਹੈਗਾ। ਇਸ ਕਰਕੇ ਪ੍ਰਾਈਮ ਮਿਨਿਸਟਰ ਦਾ, ਭਾਰਤੀ ਜਨਤਾ ਪਾਰਟੀ ਦਾ ਸਿਰਫ ਪੰਜਾਬ ਨੂੰ ਹੀ ਦੋਸ਼ੀ ਠਹਿਰਾਉਣਾ ਇਹ ਸਰਾਸਰ ਨਜਾਇਜ਼ ਗੱਲ ਹੈਗੀ ਆ। ਹਾਂ, ਪੰਜਾਬ ਦੇ ਵਿੱਚ ਪੰਜਾਬ ਦੇ ਵਾਸੀਆਂ ਨੇ, ਪੰਜਾਬ ਦੇ ਲੋਕਾਂ ਨੇ ਇਸ ਚੀਜ਼ ਦੇ ਉੱਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਹੀਂ ਖੱਟੀ। ਉਹਨਾਂ ਦਾ ਨੁਕਸਾਨ ਹੀ ਅਦਰ ਵੇ ਅਸੀਂ ਕਹਿ ਸਕਦੇ ਹੋਇਆ ਹੈਗਾ। ਕੋਈ ਪੰਜਾਬ ਨੂੰ ਇਸ ਦੇ ਨਾਲ ਲਾਹਾ ਨਹੀਂ ਮਿਲਿਆ। ਜਿਹੜੇ ਪ੍ਰੋਜੈਕਟਸ ਅਨਾਉਂਸ ਹੋਣੇ ਸੀ ਉਹ ਕਿਤੇ ਨਾ ਕਿਤੇ ਹਾਲਟ ਹੋ ਗਏ, ਕਿਤੇ ਨਾ ਕਿਤੇ ਸਟੇ ਹੋ ਗਏ। ਬਹੁਤ ਸਾਰੇ ਮੈਡੀਕਲ ਇੰਸਟੀਚਿਊਟਸ ਨੂੰ ਵੀ ਇਹਨਾਂ ਨੇ ਇਫਤਤਾਹ ਉਹਨਾਂ ਦਾ ਕਰਨਾ ਸੀਗਾ, ਸੈਟੇਲਾਈਟ ਹਸਪੀਟਲ ਦਾ ਇਫਤਤਾਹ ਕਰਨਾ ਸੀ, ਔਰ ਬਹੁਤ ਸਾਰੇ ਵੇਰੀਅਸ ਪ੍ਰੋਜੈਕਟਸ ਹੈਗੇ ਸੀ। ਹਾਈਵੇ ਐਕਸਪ੍ਰੈਸ ਵੀ ਹੈਗਾ ਸੀ, ਜਿਹਦੇ ਵਿੱਚ ਪੰਜਾਬ ਅਜੇ ਤੱਕ, ਅੱਜ ਦੇ ਦਿਨ ਤੱਕ ਜਿਹੜਾ ਉਸ ਤੋਂ ਵਾਂਝਾ ਦਿਸ ਰਿਹਾ। ਪਰ ਇਸ ਦੇ ਨਾਲ ਨਾਲ ਦੇਖੋ, ਜੇ ਕਿਸੇ ਵੀ ਰਾਜਨੀਤਿਕ ਲੀਡਰ ਨੇ ਜਾਂ ਰਾਜਨੀਤਿਕ ਪਾਰਟੀ ਨੇ ਆਪਣੀ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਹੁੰਦਾ ਹੈ, ਪ੍ਰੋਪੇਗੈਂਡਾ ਸਾਫ਼ ਕਰਨਾ ਹੁੰਦਾ ਹੈ, ਪਰ ਇਹ ਗੱਲ ਸਭ ਤੋਂ ਇੰਪੋਰਟੈਂਟ ਹੁੰਦੀ ਹੈ, ਯਾਦ ਰੱਖਣ ਵਾਲੀ ਹੁੰਦੀ ਹੈ ਕਿ ਪ੍ਰਧਾਨ ਮੰਤਰੀ ਕਿਸੇ ਵੀ ਪਾਰਟੀ ਦਾ ਨਹੀਂ ਹੁੰਦਾ। ਪ੍ਰਧਾਨ ਮੰਤਰੀ ਦੇਸ਼ ਦਾ ਹੁੰਦਾ ਹੈ, ਚਾਹੇ ਉਹ ਪੰਜਾਬ ਸੂਬਾ ਹੋਵੇ, ਚਾਹੇ ਕੋਈ ਵੀ ਸੂਬਾ ਹੋਵੇ। ਪ੍ਰਧਾਨ ਮੰਤਰੀ ਲਈ ਸਾਰੇ ਇੱਕ ਜਿਹੇ ਹੋਣੇ ਚਾਹੀਦੇ ਆ। ਜੇ ਪ੍ਰਧਾਨ ਮੰਤਰੀ ਨੂੰ ਪਤਾ ਹੈਗਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪਿਛਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਕਰਕੇ ਵੀ ਬਣਿਆ, ਭਾਰਤੀ ਜਨਤਾ ਪਾਰਟੀ ਦਾ ਭਾਰੀ ਵਿਰੋਧ ਹੈ, ਤੇ ਉਹਨਾਂ ਨੂੰ ਇਹ ਸਾਰੇ ਸਿਸਟਮ ਨੂੰ ਇਸ ਭਾਰੀ ਬਾਰਿਸ਼ ਦੇ ਵਿੱਚ ਵੀ ਰੈਲੀ ਰੱਖਣਾ, ਉਹਨਾਂ ਦਾ ਇੱਥੇ ਕੇਬਲ ਕੈਟ ਦਾ ਕਹਿ ਸਕਦੇ ਹਾਂ ਕਿ ਫਲਾਈਓਵਰ ਦੇ ਵਿੱਚ 20 ਮਿੰਟ ਜਿਹੜਾ ਫਸ ਜਾਣਾ, ਉਹਨਾਂ ਦਾ ਰੂਟ ਬਦਲਣਾ, ਉਹਨਾਂ ਦਾ ਸਾਰੀਆਂ ਚੀਜ਼ਾਂ ਇਹ ਦਰਸਾਉਂਦਾ ਹੈਗਾ ਕਿਤੇ ਨਾ ਕਿਤੇ ਇਹ ਪਲੈਨਿੰਗ ਦਾ ਬਾਇਸ ਵੀ ਬਣਦਾ ਜਿਹੜਾ ਲੋਕਾਂ ਦੇ ਸਾਹਮਣੇ ਆ ਰਿਹਾ। ਅੱਜ ਦੇ ਲੋਕ ਬੜੇ ਜਾਗਰੂਕ ਨੇ, ਬੜੇ ਇਸ ਚੀਜ਼ ਤੇ ਘੋਖ ਕਰਦੇ ਨੇ, ਬੜੀ ਪੈਣੀ ਨਜ਼ਰ ਰੱਖਦੇ ਨੇ। ਆਮ ਲੋਕਾਂ ਦੀ ਸਮਝ ਦੇ ਵਿੱਚ ਵੀ ਨਹੀਂ ਆ ਰਿਹਾ ਕਿ ਜੇ ਇਦਾਂ ਦੇ ਮਾਹੌਲ ਦੇ ਵਿੱਚ, ਇਦਾਂ ਦੇ ਮੌਸਮ ਦੇ ਵਿੱਚ, ਇਦਾਂ ਦੇ ਸਿਕਿਉਰਿਟੀ ਇਸ਼ੂਜ਼ ਦੇ ਵਿੱਚ ਉਹਨਾਂ ਨੇ ਆ ਕੇ ਖੁਦ ਰੈਲੀ ਕਰਨੀ ਸੀ ਮੀਂਹ ਦੇ ਵਿੱਚ, ਜਿੱਥੇ ਲੋਕਾਂ ਦੀ ਉਨੀ ਤਾਦਾਦ ਵੀ ਨਹੀਂ ਸੀ। ਤੇ ਫਿਰ ਪ੍ਰਧਾਨ ਮੰਤਰੀ ਦੀ ਜਿਹੜੀ ਮਨੋਦਸ਼ਾ, ਉਹਨਾਂ ਦੀ ਪਾਰਟੀ ਦੀ ਮਨੋਦਸ਼ਾ ਕੀ ਹੋਏਗੀ। ਉਹ ਘਰ ਬੈਠ ਕੇ ਵੀ ਆਨਲਾਈਨ ਵੀ ਇਸ ਕੋਵਿਡ ਦੇ ਸਿਨੈਰੀਓ ਦੇ ਵਿੱਚ ਅਨਾਉਂਸਮੈਂਟਸ ਕਰ ਸਕਦੇ ਸੀ। ਗ੍ਰਾਸ ਰੂਟ ਲੈਵਲ ਤੱਕ ਕਿਸੇ ਨਾ ਕਿਸੇ ਤਰ੍ਹਾਂ ਦਾ ਲਾਹਾ ਲੋਕਾਂ ਨੂੰ ਮਿਲ ਸਕਦਾ, ਲੋਕ ਇਸਤਫਾਦਾ ਕਰ ਸਕਦੇ ਇਸ ਚੀਜ਼ ਤੋਂ, ਲੋਕ ਫਾਇਦਾ ਲੈ ਸਕਦੇ, ਲੋਕਾਂ ਦੇ ਭਲੇ ਦੀ ਗੱਲ ਹੋ ਸਕਦੀ। ਜੀ ਪਵਨ ਜੀ, ਸਭ ਤੋਂ ਦੁੱਖ ਵਾਲੀ ਗੱਲ ਇਹ ਹੁੰਦੀ ਹੈ ਕਿ ਜਦੋਂ ਮੈਚੁਰ ਲੋਕ ਇਦਾਂ ਦੀਆਂ ਇਮੈਚੁਰ ਸਟੇਟਮੈਂਟਸ ਦਿੰਦੇ ਨੇ ਔਰ ਇਹ ਵੀ ਨਹੀਂ ਸੋਚਦੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਦੀ ਕੀ ਤਸਵੀਰ ਬਣ ਰਹੀ ਹੈ। ਪੀਐਮ ਦੀ ਸਿਕਿਉਰਿਟੀ ਨੂੰ ਲੈ ਕੇ ਜੋ ਬ੍ਰੀਚ ਹੋਇਆ ਹੈ ਉਹ ਮਾਮਲਾ ਬਿਲਕੁਲ ਸਹੀ ਹੈ, ਉਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ। ਪਰ ਜਦੋਂ ਸਾਰਾ ਮਾਮਲਾ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ, ਫਿਰ ਵੀ ਇਮੈਚੁਰ ਸਟੇਟਮੈਂਟਸ ਦੇ ਰਹੇ ਨੇ, ਬਿਲਕੁਲ ਨਹੀਂ ਸੋਚ ਰਹੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਦੀ ਕੀ ਇਮੇਜ ਬਣ ਰਹੀ ਹੈ, ਕੀ ਅਕਸ ਬਣ ਰਿਹਾ ਹੈ। ਨਾਲ ਦੀ ਨਾਲ ਤੁਸੀਂ ਗੱਲ ਕੀਤੀ ਹੈ ਕਿ ਆਨਲਾਈਨ ਮੀਟਿੰਗ ਹੋ ਸਕਦੀ ਹੈ, ਆਨਲਾਈਨ ਅਨਾਉਂਸਮੈਂਟਸ ਹੋ ਸਕਦੀਆਂ ਨੇ। ਸਾਡੇ ਕੋਲ ਐਗਜ਼ਾਮਪਲਸ ਵੀ ਨੇ ਕਿ ਪੁਲਵਾਮਾ ਹਮਲੇ ਤੋਂ ਬਾਅਦ 2 ਘੰਟੇ ਬਾਅਦ ਪੀਐਮ ਸਾਹਿਬ ਨੇ ਫੋਨ ਦੇ ਉੱਤੇ ਇੱਕ ਰੈਲੀ ਕੀਤੀ ਸੀ। ਦੂਜੀ ਐਗਜ਼ਾਮਪਲ ਸਾਡੇ ਕੋਲ ਇਹ ਹੈ ਕਿ ਸਨ 2016 ਦੇ ਵਿੱਚ ਉਹਨਾਂ ਨੇ ਬਹਿਰਾਈ ਵਿੱਚ, ਕਿਉਂਕਿ ਹੈਲੀਕਾਪਟਰ ਨਹੀਂ ਉੱਡ ਸਕਦਾ ਸੀ, ਮੌਸਮ ਖਰਾਬ ਸੀ, ਉਦੋਂ ਵੀ ਫੋਨ ਦੇ ਉੱਤੇ ਹੀ ਉਹਨਾਂ ਨੇ ਰੈਲੀ ਨੂੰ ਸੰਬੋਧਿਤ ਕੀਤਾ ਸੀ। ਸੋ ਇਹ 2 ਐਗਜ਼ਾਮਪਲਸ ਸਾਡੇ ਸਾਹਮਣੇ ਨੇ। ਤਾਂ ਇਹਨਾਂ ਨੂੰ ਵੇਖਦੇ ਹੋਏ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਅਨਾਉਂਸਮੈਂਟਸ ਜੋ ਵੱਡੇ ਪੈਕੇਜ ਲੈ ਕੇ ਆਏ ਨੇ ਉਹ ਵਰਚੁਅਲ ਮੀਟਿੰਗ ਦੇ ਦੁਆਰਾ ਵੀ ਦੇ ਸਕਦੇ ਨੇ, ਅਨਾਉਂਸਮੈਂਟਸ ਕਰ ਸਕਦੇ ਨੇ। ਹੋਲਡ ਕਰਨ ਦੀ ਕੀ ਲੋੜ ਹੈ, ਕਿਉਂਕਿ ਪੀਐਮ ਦੀ ਡਿਊਟੀ ਹੈ ਆਪਣੇ ਸੂਬੇ ਨੂੰ ਸਾਰੀਆਂ ਉਹ ਮਦਦ ਔਰ ਸਹਾਇਤਾ ਪਹੁੰਚਾਉਣਾ ਜੋ ਉਸ ਦਾ ਜੌਬ ਹੈ। ਤਾਂ ਇਹਦੇ ਵਿੱਚ ਹੋਲਡ ਕਰਨ ਵਾਲੀ ਕਿਹੜੀ ਗੱਲ ਹੋ ਗਈ ਪਵਨ ਜੀ? ਜੀ ਬੜੀ ਇੰਪੋਰਟੈਂਟ ਤੁਸੀਂ ਗੱਲ ਕੀਤੀ ਹੈ ਸੰਜੀਵ ਜੀ। ਉਹ ਕਹਿੰਦੇ ਨਾ ਕਿ ਬੇਅਮਲ ਦਿਲ ਹੋ तो जज्बात से क्या होता हो ज़मीं बंजर तो बरसात से क्या होता है अमल लाजमी तकमीले तमन्ना के लिए वरना रंगीन ख्यालात से क्या होता है जी इस तो भाव है कि बहुत सारे लुभावने सुभावने और रंगीन ख्यालात लोगों के मਨਾਂ ਦੇ ਵਿੱਚ ਬਣਾ ਕੇ ਫਿਰ ਉਸ ਤੋਂ ਬਾਅਦ ਸੂਬੇ ਦੇ ਵਿੱਚ ਆ ਕੇ ਸਿਕਿਉਰਿਟੀ ਲੈਪਸ ਦੀ ਗੱਲ ਕਰਨਾ, ਸਿਕਿਉਰਿਟੀ ਬ੍ਰੀਚ ਦੀ ਗੱਲ ਕਰਨਾ, ਤੁਹਾਡੀ ਆਪਣੀ ਹੀ ਰੈਲੀ ਦੇ ਵਿੱਚ ਲੋਕਾਂ ਦੀ ਉਨੀ ਤਾਦਾਦ ਦੇ ਵਿੱਚ ਨਾ ਪਹੁੰਚਣਾ, ਮੌਸਮ ਖਰਾਬ ਹੋਣਾ ਔਰ ਸਾਰੇ ਖਿੱਤੇ ਦੀ ਸਿਆਸਤ ਨੂੰ ਖਰਾਬ ਕਰਨਾ, ਸਾਰੇ ਦੇਸ਼ ਦੇ ਮਾਹੌਲ ਨੂੰ ਪੰਜਾਬੀਆਂ ਪ੍ਰਤੀ ਖਰਾਬ ਕਰਨਾ, ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੰਜਾਬੀਆਂ ਦੀ ਇਮੇਜ ਨੂੰ ਖਰਾਬ ਕਰਨਾ। ਇਹ ਸਾਰਾ ਜਿਹੜਾ ਉਹਨਾਂ ਦੀ ਅਮਲ ਦਰਾਮਦ ਔਰ ਉਹਨਾਂ ਦੇ ਮਨ ਦੇ ਜਜ਼ਬਾਤਾਂ ਨੂੰ ਉਹ ਕਿਸ ਨਜ਼ਰੀਏ ਨਾਲ ਦੇਖਦੇ ਆ। ਸਿਰਫ ਜਜ਼ਬਾਤ ਹੀ ਕੰਮ ਨਹੀਂ ਆਉਂਦੇ, ਇੰਪਲੀਮੈਂਟੇਸ਼ਨ ਕਰਨੀ ਵੀ ਬੜੀ ਜ਼ਰੂਰੀ ਹੁੰਦੀ ਹੈ। ਇਸ ਕਰਕੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਇਹ ਚਾਹੀਦਾ ਸੀ ਕਿ ਉਹ ਸਾਰੇ ਹਾਲਾਤਾਂ ਦੇ ਦਰਪੇਸ਼ ਆਲਰੇਡੀ ਉਹਨਾਂ ਨੇ ਹਰ ਚੀਜ਼ ਦੇਖ ਲਈ ਆ, ਵਿਊ ਪੁਆਇੰਟ ਉਹਨਾਂ ਦਾ ਹੈਗਾ, ਉਹ ਸਾਰੀ ਚੀਜ਼ਾਂ ਨੂੰ ਦੇਖ ਕੇ ਮੱਦੇਨਜ਼ਰ ਰੱਖਦੇ ਹੋਏ ਉਹ ਵਰਚੁਅਲ ਮੀਟਿੰਗ ਕਰ ਲੈਂਦੇ, ਉਹ ਅਨਾਉਂਸਮੈਂਟਸ ਕਰ ਸਕਦੇ ਸੀ, ਲੋਕਾਂ ਨੂੰ ਵੀ ਸੁਵਿਧਾ ਰਹਿੰਦੀ। ਬੁਨਿਆਦੀ ਸਹੂਲਤਾਂ ਦੇ ਸਾਡੇ ਦੇਸ਼ ਦੇ ਵਿੱਚ ਲੋਕਾਂ ਤੋਂ ਬਹੁਤ ਸਾਰੇ ਵਾਂਝੀਆਂ ਨੇ, ਲੋਕਾਂ ਨੂੰ ਖਾਣ ਲਈ ਰੋਟੀ ਨਹੀਂ, ਵਕਾਰ ਨਹੀਂ, ਇਹਤਰਾਮ ਨਹੀਂ, ਤਾਲੀਮ ਨਹੀਂ, ਇਨਸਾਫ ਨਹੀਂ, ਕਿਤੇ ਵੀ ਜਾਂਦੇ ਆ
ਤੇ ਉਹਨਾਂ ਨੂੰ ਕੋਈ ਵਕਾਰ, ਇਨਸਾਫ, ਤਾਲੀਮ ਕਿਤੇ ਵੀ ਮੁਹੱਈਆ ਨਹੀਂ ਹੁੰਦੀ। ਪਰ ਉਹਨਾਂ ਨੂੰ ਰੈਲੀਆਂ 'ਚ ਪਹੁੰਚਣਾ ਇਸ ਭਾਰੀ ਬਾਰਿਸ਼ ਦੇ ਵਿੱਚ ਔਰ ਉਨੀ ਤਾਦਾਦ ਦੇ ਵਿੱਚ ਨਾ ਪਹੁੰਚਣਾ ਤੇ ਉਸ ਤੋਂ ਬਾਅਦ ਸਾਰਾ ਜਿਹੜਾ ਭਾਂਡਾ ਲੋਕਾਂ ਦੇ, ਪੰਜਾਬੀਆਂ ਦੇ ਸਿਰ ਦੇ ਉੱਤੇ ਪਾੜ ਦੇਣਾ, ਫੋੜ ਦੇਣਾ ਔਰ ਕਹਿ ਦੇਣਾ ਕਿ ਜਿਹੜੇ ਖਾਲਿਸਤਾਨੀ ਪੱਖੀ ਲੋਕ ਹੈਗੇ ਨੇ ਜਾਂ ਜਿਹੜੇ ਪ੍ਰੋਟੈਸਟਰ ਹੈਗੇ ਨੇ ਉਹਨਾਂ ਨੇ ਮੇਰਾ ਰਸਤਾ ਰੋਕਿਆ ਔਰ ਮੈਂ ਆਪਣੀ ਜੀਵਨ ਜਿਹੜਾ ਬਚਾ ਕੇ ਹੀ ਵਾਪਸ ਦਿੱਲੀ ਨੂੰ ਪਰਤਿਆ ਹੈਗਾ। ਉਹਨਾਂ ਨੇ ANI ਨਿਊਜ਼ ਏਜੰਸੀ ਦੇ ਵਿੱਚ ਵੀ ਉਹਨਾਂ ਦੀ ਖਬਰ ਹੈਗੀ ਹੈ ਕਿ ਉਹਨਾਂ ਨੇ ਪੰਜਾਬ ਦੇ ਬਠਿੰਡਾ 에ਅਰਪੋਰਟ ਦੇ ਸਾਈਟ ਦੇ ਉੱਤੇ ਕੁਝ ਅਫਸਰਾਨਾਂ ਨੂੰ ਸੰਬੋਧਨ ਕੀਤਾ, ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੂੰ ਇਹ ਕਿਹਾ ਕਿ ਆਪਣੇ ਚੀਫ ਮਿਨਿਸਟਰ ਚੰਨੀ ਨੂੰ ਮੇਰੇ ਵੱਲੋਂ ਧੰਨਵਾਦ ਕਹਿ ਦੇਣਾ ਕਿ ਮੈਂ ਜਿੰਦਾ ਜਿਹੜਾ ਵਾਪਸ ਆ ਗਿਆ। ਸੋ ਇਦਾਂ ਦਾ ਪ੍ਰੋਪੇਗੈਂਡਾ ਸਾਹਿਬ ਕਰਨਾ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਅੰਦਰੂਨੀ ਇੰਟੈਂਸ਼ਨ ਕਿ ਉਹਨਾਂ ਦੀ ਮਾਨਸਿਕਤਾ ਕੀ ਹੈਗੀ ਆ, ਉਹ ਪੰਜਾਬ ਦੇ ਵਾਸੀਆਂ ਲਈ ਅਸਲ ਵਿੱਚ ਚਾਹੁੰਦੇ ਕੀ ਨੇ, ਉਹ ਵੋਟਾਂ ਨੂੰ ਪੋਲਰਾਈਜ਼ ਕਿਵੇਂ ਕਰਨਾ ਚਾਹੁੰਦੇ ਨੇ, ਕਿਸ ਤਰ੍ਹਾਂ ਹਿੰਦੂ ਵੋਟ ਨੂੰ ਫਿਰ ਜਿਹੜਾ ਕਿ ਨਿਖੜ ਗਿਆ ਸੀ ਉਹਨੂੰ ਕਿਸ ਤਰ੍ਹਾਂ ਇਕੱਠਾ ਕਰਨਾ ਚਾਹੁੰਦੇ ਨੇ, ਕਿਸ ਤਰ੍ਹਾਂ ਪੰਜਾਬ ਦੇ ਹਾਲਾਤਾਂ ਦੇ ਵਿੱਚ ਪਾੜ ਪੈਦਾ ਕਰਕੇ, ਹਿੰਦੂ ਸਿੱਖ ਜਾਂ ਬਹੁਤ ਸਾਰੇ ਧਰਮਾਂ ਦੇ ਵਿੱਚ ਪਾੜ ਪੈਦਾ ਕਰਕੇ ਇਹ ਕਿਸ ਤਰ੍ਹਾਂ ਦਰਸਾਉਣਾ ਚਾਹੁੰਦੇ ਨੇ ਕਿ ਪੰਜਾਬ ਦੀ ਰਾਜਨੀਤੀ ਜਿਹੜੀ ਆ ਉਹ BJP ਹੀ ਸਰਮੌਰ ਤਰੀਕੇ ਦੇ ਨਾਲ ਕਰ ਸਕਦੀ ਹੈ ਔਰ ਜਿਹੜੇ ਬਾਕੀ ਲੋਕ ਨੇ ਉਹ ਦੇਸ਼ ਵਿਰੋਧੀ ਨੇ, ਖਾਲਿਸਤਾਨੀ ਨੇ ਔਰ ਪ੍ਰਾਈਮ ਮਿਨਿਸਟਰ ਦੇ ਖਾਸ ਤੌਰ ਤੇ ਵਿਰੋਧੀ ਨੇ, ਉਹਨਾਂ ਨੂੰ ਮਾਰ ਮੁਕਾਉਣਾ ਚਾਹੁੰਦੇ ਨੇ। ਸੋ ਸਾਰੀ ਇਮੇਜ ਕ੍ਰੀਏਟ ਕਰਨਾ, ਸਾਰਾ ਪ੍ਰੋਪੇਗੈਂਡਾ ਸਰਵ ਕਰਨਾ ਜਿਹੜਾ ਕਿ ਬਹੁਤ ਮੰਦਭਾਗਾ ਹੈਗਾ। ਜੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹ ਅਨਾਉਂਸਮੈਂਟਸ ਕਰਨੀਆਂ ਸੀਗੀਆਂ ਉਹ ਵਰਚੁਅਲ ਤਰੀਕੇ ਦੇ ਨਾਲ ਵੀ ਕਰ ਸਕਦੇ ਸੀ। ਜੇ ਉਹਨਾਂ ਦਾ ਸਿਕਿਉਰਿਟੀ ਬ੍ਰੀਚ, ਉਹਨਾਂ ਦੇ ਨੇੜੇ ਤੇੜੇ ਵੀ ਕੋਈ ਬੰਦਾ ਜਿਹੜਾ ਉਹ ਪਹੁੰਚ ਨਹੀਂ ਸਕਿਆ ਬੜੀ ਸੇਫਲੀ, ਸਿਕਿਉਰਲੀ ਉਹ ਪਹੁੰਚ ਗਏ। ਪਿਛਲੇ ਸਮੇਂ ਦੇ ਵਿੱਚ ਜੇ ਪੁਰਾਣੀ ਗੱਲ ਕਰੀਏ 2009-10 ਦੇ ਤਕਰੀਬਨ ਕਰੀਬ ਦੀ ਗੱਲ ਹੈਗੀ ਆ ਕਿ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਦੇ ਕੋਲ ਉਹਨਾਂ ਦੇ ਕੈਟ ਦੇ ਵਿੱਚ, ਉਹਨਾਂ ਦੇ ਕਾਫਲੇ ਦੇ ਵਿੱਚ ਇੱਕ ਅਵਾਰਾ ਕੁੱਤਾ ਆ ਗਿਆ ਸੀ ਤੇ ਤਾਂ ਵੀ ਉਹਨਾਂ ਨੂੰ ਜਿਹੜਾ ਸੁਰੱਖਿਆ ਏਜੰਸੀਆਂ ਨੂੰ ਬਹੁਤ ਭਾਜਣਾ ਪੈ ਗਈਆਂ ਸੀ। ਸੋ ਐਂਟੀਸਿਪੇਟ ਕਰਨਾ, ਸਿਕਿਉਰਿਟੀ ਏਜੰਸੀਜ਼ ਦੇ ਵਿੱਚ ਜਿਹੜੇ ਇਹੋ ਜਿਹੇ ਛੋਟੇ-ਛੋਟੇ ਲੈਬਸ ਹੁੰਦੇ ਆ, ਜਿਹੜੇ ਕੰਟੀਜੈਂਸੀ ਪਲਾਨ ਬਣਾਉਣਾ, ਜੇ ਇਦਾਂ ਦੀ ਕੋਈ ਹਾਲਾਤ ਪੈਦਾ ਹੁੰਦੇ ਤੇ ਦੂਸਰਾ ਰੂਟ ਕਿੱਦਾਂ ਤੈਅ ਕਰਨਾ, ਇਹ ਸਾਰਾ ਖੂਫੀਆ ਏਜੰਸੀਆਂ ਨੇ ਕਰਨਾ ਹੁੰਦਾ, ਉਹਨਾਂ ਦੇ ਪ੍ਰੋਟੈਕਸ਼ਨ ਗਰੁੱਪਸ ਨੇ ਕਰਨਾ ਹੁੰਦਾ। ਔਰ ਜੇ ਸਿਰਫ ਪੰਜਾਬ ਦੇ ਲੋਕਾਂ ਦੇ ਸਿਰ ਤੇ ਹੀ ਇਸ ਫੇਲਿਅਰ ਦਾ ਜਿਹੜਾ ਸਿਰਾ ਉਹ ਮੜ ਦੇਣਾ, ਉਹਨਾਂ ਦੇ ਸਿਰ ਸਾਰਾ ਭਾਂਡਾ ਭੰਨ ਦੇਣਾ, ਇਹ ਬਹੁਤ ਮੈਂ ਕਹਿੰਦਾ ਕਿ ਬਦਨਸੀਬੀ ਵਾਲੀ ਗੱਲ ਹੈਗੀ ਆ। ਪੰਜਾਬ ਦੇ ਲੋਕ ਤੇ ਅੱਗੇ ਬੜੀ ਤਰਾਸਦੀਆਂ ਤੋਂ ਗੁਜ਼ਰ ਰਹੇ ਨੇ। ਉਹ ਕਹਿੰਦੇ ਨਾ, ਅਰਮਾਂ ਤਮਾਮ ਉਮਰ ਕੇ ਸੀਨੇ में है दफन, हम जो चलते फिरते लोग मज़ारों से कम नहीं। ਸਾਡੇ ਲੋਕਾਂ ਦੀਆਂ ਤੇ ਆਪ ਦੀਆਂ ਬਹੁਤ ਮੁਸੀਬਤਾਂ, ਚਾਹੇ ਉਹ ਭੋਜਨ ਪ੍ਰਤੀ ਹੋਣ, ਚਾਹੇ ਉਹ ਆਪਣੀ ਜ਼ਮੀਨ ਨੂੰ ਬਚਾਉਣ ਪ੍ਰਤੀ ਹੋਣ, ਚਾਹੇ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਅਟੈਕ ਹੁੰਦਾ ਹੈ ਉਹਨਾਂ ਲੋਕਾਂ ਨੂੰ ਸੰਭਾਲਣ ਦੇ ਵਿੱਚ ਹੋਣ। ਸਭ ਤੋਂ ਵੱਡੀ ਤਾਦਾਦ ਦੇ ਵਿੱਚ ਬਾਰਡਰਸ ਦੇ ਉੱਤੇ, ਫੋਰਸਿਸ ਦੇ ਉੱਤੇ ਪੰਜਾਬ ਦੇ ਲੋਕ ਜਾਂਦੇ ਨੇ। ਪੰਜਾਬ ਇੱਕ ਐਸੀ ਸਟੇਟ ਹੈਗੀ ਆ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਦੇਸ਼ ਹਿੱਤ, ਦੇਸ਼ ਪ੍ਰੇਮ ਦੀਆਂ ਗੱਲਾਂ ਕੀਤੀਆਂ ਨੇ ਔਰ ਲੋਕਾਂ ਲਈ ਆਪਣੀ ਜਾਨ ਵਾਰੀ ਹੈ। ਪਰ ਫਿਰ ਸਿਆਸਤ ਦੀ ਜਿੱਥੇ ਗੱਲ ਆ ਜਾਂਦੀ ਹੈ ਤੇ ਫਿਰ ਗਰਾਊਂਡ ਰਿਐਲਿਟੀ ਤੁਸੀਂ ਦੇਖ ਲਓ ਕਿ ਜਿਹੜੀਆਂ ਅਨਾਉਂਸਮੈਂਟਸ ਤੁਸੀਂ ਆਪ ਵੀ ਦੱਸਿਆ ਵਰਚੁਅਲੀ ਹੋ ਸਕਦੀਆਂ ਸੀ, ਈਜ਼ੀਲੀ ਹੋ ਸਕਦੀਆਂ ਸੀ, ਲੋਕਾਂ ਨੂੰ ਉਥਲ-ਪੁਥਲ ਕਰਕੇ ਇੱਕ ਇਦਾਂ ਦਾ ਮਾਹੌਲ ਕ੍ਰੀਏਟ ਕਰਕੇ, ਵੋਟਾਂ ਦੀ ਪੋਲਰਾਈਜੇਸ਼ਨ ਕਰਕੇ ਕਿ ਸਾਡੇ ਜਿਹੜੇ ਪੈਰ ਆ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਵੀ ਅੜ ਸਕਣ ਜ਼ਮੀਨੀ, ਅਸੀਂ ਆਪਣੇ ਹਾਲਾਤ ਜਿਹੜੇ ਉਹ ਠੀਕ ਕਰ ਸਕੀਏ। ਤੇ ਫਿਰ ਉਹਦੇ ਨਾਲ ਪੰਜਾਬ ਦੀਆਂ ਜਾਤ-ਪਾਤ ਦੇ ਵਿੱਚ, ਪੰਜਾਬ ਦੇ ਧਰਮਾਂ ਦੇ ਵਿੱਚ, ਪੰਜਾਬ ਨੂੰ ਅੱਤਵਾਦੀ ਸੂਬਾ ਦਰਸਾਉਣ ਦੇ ਵਿੱਚ, ਨੈਸ਼ਨਲ ਮੀਡੀਆ ਦੇ ਵਿੱਚ ਪੰਜਾਬ ਦੀ ਭੰਡੀ ਕਰਨ ਦੇ ਵਿੱਚ ਫਿਰ ਇਹਨਾਂ ਸਿਆਸਤਦਾਨਾਂ ਨੇ ਕੋਈ ਕਸਰ ਨਹੀਂ ਛੱਡੀ। ਤੇ ਫਿਰ ਇਹਨਾਂ ਦੀ ਨੀਅਤ ਜਿਹੜੀ ਆ ਉਹ ਅਸੀਂ ਸਮਝ ਸਕਦੇ ਹਾਂ ਕਿ ਇਹਨਾਂ ਦੀ ਨੀਅਤ ਲੋਕਾਂ ਦਾ ਭਲਾ ਕਰਨਾ ਨਹੀਂ ਹੁੰਦੀ, ਆਪਣੀ ਪਾਰਟੀ ਨੂੰ ਕਿਸ ਤਰ੍ਹਾਂ ਸਟੇਬਲ ਕਰਨਾ, ਆਪਣੇ ਪਾਰਟੀ ਦੇ ਲੋਕਾਂ ਨੂੰ ਕਿਸ ਤਰ੍ਹਾਂ ਜਿਤਾਉਣਾ, ਵੋਟ ਦੀ ਪੋਲਰਾਈਜੇਸ਼ਨ ਕਿਵੇਂ ਕਰਨੀ, ਧਰੁਵੀਕਰਨ ਕਿਵੇਂ ਕਰਨਾ ਔਰ ਐਲੀਨੇਸ਼ਨ ਦੀ ਰਾਜਨੀਤੀ ਕਿਵੇਂ ਕਰਨੀ, ਕਿਸ ਬੰਦੇ ਨੂੰ, ਕਿਸ ਸੂਬੇ ਨੂੰ, ਕਿਸ ਲੀਡਰ ਨੂੰ ਕਦੋਂ ਬਾਈਕਾਟ ਕਰਨਾ, ਖੁੱਡੇ ਲਾਈਨ ਲਗਾਉਣਾ, ਉਹ ਸਾਰੇ ਮਾਪਦੰਡ ਕਿਸ ਤਰ੍ਹਾਂ ਤੈਅ ਕਰਨੇ, ਉਹ ਸਾਮ ਦਾਮ ਦੰਡ ਭੇਦ ਕਿਸ ਤਰ੍ਹਾਂ ਇਸਤੇਮਾਲ ਦੇ ਵਿੱਚ ਲਿਆਉਣਾ, ਇਹ ਸਾਰੀਆਂ ਤੌਰ ਤਰੀਕੇ ਜੇ ਪਾਰਟੀਆਂ ਕਰਨਗੀਆਂ ਤੇ ਉਹਦੇ ਵਿੱਚ ਜੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਇਸ ਤਰ੍ਹਾਂ ਦੀ ਐਲੀਨੇਸ਼ਨ ਦੀ ਰਾਜਨੀਤੀ ਕਰਨਗੇ ਤੇ ਫਿਰ ਉਹ ਪੰਜਾਬ ਵਾਸਤੇ ਬਹੁਤ ਹੀ ਮੰਦਭਾਗੀ ਹੈ। ਭਾਰਤੀ ਜਨਤਾ ਪਾਰਟੀ ਕੋਲ ਕੋਈ ਮੁੱਦਾ ਨਹੀਂ ਸੀ ਪੰਜਾਬ ਦੇ ਵਿੱਚ ਚੋਣ ਲੜਨ ਵਾਸਤੇ, ਕਿਉਂਕਿ ਕਿਸਾਨ ਅੰਦੋਲਨ ਦੌਰਾਨ ਉਹਨਾਂ ਦੀ ਸਾਖ ਕਮਜ਼ੋਰ ਹੋਈ ਹੈ, ਉਹਨਾਂ ਦੀ ਛਵੀ ਧੂਮਿਲ ਹੋਈ ਹੈ। ਉਹਨਾਂ ਨੂੰ ਪੰਜਾਬੀ 'ਚ ਕਿਹਾ ਜਾਵੇ ਤਾਂ ਕੋਈ ਨਹੀਂ ਪੁੱਛਦਾ ਅੱਜ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ। ਹਾਂ, ਜਿਹੜੇ ਉਹਨਾਂ ਦੇ ਸੈੱਟ ਵੋਟਰਸ ਨੇ ਉਹ ਜ਼ਰੂਰ ਉਹਨਾਂ ਦੇ ਨਾਲ ਨੇ। ਤਾਂ ਇਹ ਜਿਹੜੀ ਘਟਨਾ ਹੋਈ ਹੈ ਸਿਕਿਉਰਿਟੀ ਬ੍ਰੀਚ ਪ੍ਰਾਈਮ ਮਿਨਿਸਟਰ ਸਾਹਿਬ ਦੀ, ਇਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਜੋ ਇਹ ਕਿਹਾ ਕਿ ਆਪਣੇ CM ਨੂੰ ਥੈਂਕਸ ਬੋਲਣਾ, ਤਾਂ ਇਹ ਸਟੇਟਮੈਂਟ, ਇਹ ਨੈਰੇਟਿਵ ਕ੍ਰੀਏਟ ਕਰਕੇ ਜਿੱਥੋਂ ਤੱਕ ਸਮਝਿਆ ਜਾਵੇ ਇਮੋਸ਼ਨਲ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੁਹਾਨੂੰ ਲੱਗਦਾ ਹੈ ਇਹ ਇਮੋਸ਼ਨਲ ਕਾਰਡ, ਇਹ ਨੈਰੇਟਿਵ ਕਿਸੇ ਤਰ੍ਹਾਂ ਦੀ ਕੋਈ ਮਦਦ ਕਰ ਸਕਦਾ ਹੈ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਇਲੈਕਸ਼ਨ ਜਿੱਤਣ ਦੇ ਵਿੱਚ? ਹਾਲਾਂਕਿ ਅਸੀਂ ਇਹ ਸਮਝਦੇ ਹਾਂ ਕਿ ਸੁਪਰੀਮ ਕੋਰਟ ਕੋਲ ਜਦੋਂ ਮੈਟਰ ਚਲਾ ਗਿਆ
ਤਾਂ ਇਹ ਸਾਰੀ ਗੱਲ, ਇਹ ਸਾਰਾ ਮੁੱਦਾ ਠੰਡਾ ਪੈ ਚੁੱਕਾ ਹੈ ਤੇ ਜਦੋਂ ਚੋਣਾਂ ਘੋਸ਼ਿਤ ਹੋ ਚੁੱਕੀਆਂ ਨੇ ਤਾਂ ਵੀ ਇਹ ਮੁੱਦਾ ਠੰਡਾ ਪੈ ਚੁੱਕਾ ਹੈ। ਤਾਂ ਇਹ ਜੋ ਘਟਨਾ ਹੈ, ਇਹ ਜੋ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਮੋਸ਼ਨਲ ਕਾਰਡ ਖੇਡ ਕੇ, ਤੁਹਾਨੂੰ ਲੱਗਦਾ ਇਹ ਮਦਦ ਕਰੇਗਾ ਭਾਰਤੀ ਜਨਤਾ ਪਾਰਟੀ ਦੀ ਇਹਨਾਂ ਚੋਣਾਂ ਦੇ ਵਿੱਚ? ਜੀ ਇੱਕ ਸਟ੍ਰੈਟਜਿਸਟਿਕ ਅਸੀਂ ਜਿਹੜਾ ਪੈਟਰਨ ਹੁੰਦਾ ਰਾਜਨੀਤਿਕ ਪਾਰਟੀਆਂ ਦਾ, ਉਹਨਾਂ ਨੇ ਖਾਕਾ ਜ਼ਰੂਰ ਤਿਆਰ ਕੀਤਾ ਹੁੰਦਾ ਕਿਸ ਤਰ੍ਹਾਂ ਗ੍ਰਾਸ ਰੂਟ ਲੈਵਲ ਤੇ ਆਪਣੀ ਪਹੁੰਚ ਕਰਨੀ ਹੁੰਦੀ ਹੈ, ਕਿਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਹੁੰਦਾ ਹੈਗਾ, ਕਿਸ ਤਰ੍ਹਾਂ ਧਰੁਵੀਕਰਨ ਕਰਨਾ ਹੁੰਦਾ, ਕਿਸ ਤਰ੍ਹਾਂ ਐਲੀਨੇਸ਼ਨ ਕਰਨੀ ਹੁੰਦੀ ਹੈ, ਕਿਸ ਤਰ੍ਹਾਂ ਲੋਕਾਂ ਦਾ ਬਾਈਕਾਟ ਵੀ ਕਰਨਾ ਹੁੰਦਾ, ਕਿੰਨਾ ਲੋਕਾਂ ਨੂੰ ਜੋੜਨਾ ਔਰ ਕਿੰਨਾ ਲੋਕਾਂ ਨੂੰ ਤੋੜਨਾ ਹੁੰਦਾ। ਇਹ ਸਾਰਾ ਸਟ੍ਰੈਟੇਜਿਕ ਅਸੀਂ ਪੁਆਇੰਟ ਆਫ ਵਿਊ ਪਾਰਟੀਆਂ ਦਾ ਕਹਿ ਸਕਦੇ ਹਾਂ। ਇਹਨਾਂ ਦੇ ਥਿੰਕ ਟੈਂਕ ਜਿਹੜੇ ਆ ਇਦਾਂ ਦੀਆਂ ਸਟ੍ਰੈਟਜੀਆਂ ਬਣਾਉਂਦੇ ਰਹਿੰਦੇ ਆ, ਇਦਾਂ ਦੇ ਮੈਪਸ ਜਿਹੜੇ ਉਹ ਤਿਆਰ ਕਰਦੇ ਰਹਿੰਦੇ ਆ। ਪਰ ਜੇ ਅਸੀਂ ਗੱਲ ਕਰੀਏ ਅੱਜ ਪੰਜਾਬ ਦੀ, ਪੰਜਾਬ ਨੇ ਬਹਾਦਰ ਸੂਰਮੇ ਔਰ ਦਲੇਰ ਸੂਰਵੀਰਾਂ ਦੀ ਧਰਤੀ ਹੈਗੀ ਆ। ਇਹ ਲੋਕ ਜਿੱਥੇ ਦਲੇਰ ਨੇ, ਜਿੱਥੇ ਬਹਾਦਰ ਨੇ, ਉੱਥੇ ਸੂਝਵਾਨ ਵੀ ਬਹੁਤ ਹੈਗੇ ਨੇ। ਪੰਜਾਬ ਨੂੰ ਸਿਆਸਤਾਂ ਨੇ ਖਤਮ ਕੀਤਾ, ਪੰਜਾਬ ਨੂੰ ਮਾੜੇ ਲੋਕਾਂ ਨੇ, ਥੋੜੀ ਰਾਜਨੀਤੀ ਨੇ ਖਤਮ ਕੀਤਾ। ਪਰ ਇਹ ਕਦੇ ਨਾ ਇਹ ਗੱਲ ਸੋਚਣ ਕਿ ਪੰਜਾਬ ਦੇ ਲੋਕ ਇਹਨਾਂ ਦੀ ਭਿਆਨਕ ਰਾਜਨੀਤੀ ਦਾ ਹਿੱਸਾ ਬਣਨਗੇ, ਇਹਨਾਂ ਦੀ ਸੋਚ ਦੇ ਵਿੱਚ ਹਾਂ ਦੇ ਹਾਂ ਮਨਾਉਣਗੇ। ਪੰਜਾਬ ਦੇ ਲੋਕ ਅੱਜ ਜਾਗਰੂਕ ਨੇ। ਪੰਜਾਬ ਦੇ ਲੋਕਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਆਪਣਾ ਹੱਕ ਕਿਸ ਤਰ੍ਹਾਂ ਲਈਦਾ ਉਹ ਵੀ ਪ੍ਰਧਾਨ ਮੰਤਰੀ ਨੂੰ ਦਿਖਾ ਦਿੱਤਾ, ਭਾਰਤੀ ਜਨਤਾ ਪਾਰਟੀ ਨੂੰ ਦਿਖਾ ਦਿੱਤਾ। ਸੋ ਬੜੀ ਫੋਰਸ ਨਾਲ ਅੱਗੇ ਆਉਂਦੇ ਨੇ। ਔਰ ਤੁਸੀਂ ਦੇਖੋ ਜੇ ਇਮੋਸ਼ਨਲ ਕਾਰਡ ਦੀ ਗੱਲ ਕਰੀਏ, ਹਾਂ ਕਿਤੇ ਨਾ ਕਿਤੇ ਕੋਈ ਇਫੈਕਟ ਜ਼ਰੂਰ ਹੁੰਦਾ, ਸਟ੍ਰੈਟਜੀ ਜ਼ਰੂਰ ਬਣਾਈ ਜਾਂਦੀ ਹੈਗੀ ਆ। ਫਿਰ ਉਹੀ ਧਰੁਵੀਕਰਨ ਦੀ ਰਾਜਨੀਤੀ ਚੱਲਦੀ ਹੈਗੀ ਆ, ਜਾਤ-ਪਾਤ ਦੀ, ਧਰਮਾਂ ਦੀ ਰਾਜਨੀਤੀ ਚੱਲਦੀ ਹੈਗੀ ਆ। ਫਿਰ ਏਦਾਂ ਜਿਵੇਂ ਖਾਲਿਸਤਾਨੀ ਮੂਵਮੈਂਟ ਦੀ ਗੱਲ ਕਰ ਦਿੱਤੀ ਗਈ, ਇਹ ਦਰਸਾਇਆ ਗਿਆ ਕਿ ਪੰਜਾਬ ਦੇ ਵਿੱਚ ਸਿੱਖ ਜਿਹੜੇ ਨੇ, ਸਿੱਖ ਆਬਾਦੀ ਜਿਹੜੀ ਹੈ ਬਹੁਤ ਤਾਦਾਦ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਹੈਗੀ ਆ। ਪੰਜਾਬ ਦੇ ਵਿੱਚ ਕਿਸਾਨ ਇਹਨਾਂ ਦੇ ਖਿਲਾਫ ਹੈਗੇ ਆ ਔਰ ਕਿਸਾਨੀ ਤਬਕਾ ਜਿਹੜਾ ਉਹ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈਗਾ, ਖਾਲਿਸਤਾਨੀ ਲੋਕ ਹੈਗੇ ਨੇ। ਇਸ ਤਰ੍ਹਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਤਾਂ ਕਿ ਜਿਹੜੇ ਬਾਕੀ ਤਬਕਿਆਂ ਦੇ ਲੋਕ ਹੈਗੇ ਆ, ਧਰਮਾਂ, ਜਾਤੀਆਂ, ਪ੍ਰਜਾਤੀਆਂ ਦੇ ਲੋਕ ਹੈਗੇ ਨੇ, ਉਹ ਇਸ ਚੀਜ਼ ਨੂੰ ਸਮਝਣ, ਇਸ ਚੀਜ਼ ਨੂੰ ਮੰਨ ਲੈਣ ਔਰ ਸੋਸ਼ਲ ਮੀਡੀਆ ਤੋਂ ਲੈ ਕੇ ਵੇਰੀਅਸ ਪਲੇਟਫਾਰਮ ਦੇ ਦਿਨ ਰਾਤ ਇਦਾਂ ਦੀ ਗੱਲ ਕਰਨਗੇ ਪੰਜਾਬ ਦੇ ਲੋਕ ਖਾਲਿਸਤਾਨੀ ਨੇ, ਪੰਜਾਬ ਦੇ ਲੋਕ ਵੱਖਵਾਦੀ ਨੇ, ਪੰਜਾਬ ਦੇ ਲੋਕ ਅਗਰੈਸਿਵ ਨੇ, ਪੰਜਾਬ ਦੇ ਲੋਕ ਨਸ਼ੇੜੀ ਨੇ। ਤੇ ਫਿਰ ਜਿਹੜਾ ਬਹੁਤ ਤਾਦਾਦ ਦੇ ਵਿੱਚ ਅਜਿਹਾ ਪੱਖ ਵੀ ਹੁੰਦਾ ਜਿਹੜਾ ਇਹਨਾਂ ਗੱਲਾਂ ਨੂੰ ਮੰਨਣ ਦੇ ਵਿੱਚ ਜਿਹੜਾ ਉਹ ਸਹਿਕਾਰੀ ਇਹ ਗੱਲਾਂ ਹੋ ਜਾਂਦੀਆਂ ਨੇ। ਲੋਕ ਅਜਿਹੀਆਂ ਗੱਲਾਂ ਨੂੰ ਮੰਨ ਵੀ ਲੈਂਦੇ ਨੇ। ਪਰ ਜੇ ਲਾਰਜਰ ਆਸਪੈਕਟ ਦੇ ਵੇਖੀਏ ਕਿ ਅੱਜ ਦੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਜਾਗਰੂਕਤਾ ਆ ਗਈ, ਕਿਸੇ ਵੀ ਰਾਜਨੀਤਿਕ ਪਾਰਟੀ ਨੂੰ, ਕਿਸੇ ਵੀ ਰਾਜਨੀਤਿਕ ਲੀਡਰ ਨੂੰ ਅੱਜ ਲੋਕ ਸਵਾਲ ਕਰਨਾ ਸ਼ੁਰੂ ਹੋ ਗਏ ਨੇ। ਫਿਰ ਇਸ ਤਰੀਕੇ ਦੇ ਨਾਲ ਐਸੀਆਂ ਛੋਟੀਆਂ ਪਲੈਨਿੰਗਸ ਕਰਨੀਆਂ, ਐਸੀ ਸੋੜੀਆਂ ਸੋਚਾਂ ਰੱਖਣੀਆਂ, ਐਸੀ ਘਟੀਆ ਹਰਕਤਾਂ ਕਰਨੀਆਂ ਜਿਹਦੇ ਨਾਲ ਕਿਸੇ ਵੀ ਸੂਬੇ ਦੀ ਸੈਂਸਿਟੀ ਨੂੰ, ਬ੍ਰਦਰਹੁੱਡ ਨੂੰ, ਆਪਸੀ ਭਾਈਚਾਰਕ ਸਾਂਝ ਨੂੰ ਖਤਰਾ ਬਣ ਜੇ। ਤੇ ਫਿਰ ਮੇਰਾ ਤੇ ਖਿਆਲ ਇਹ ਹੈਗਾ ਕਿ ਪੰਜਾਬ ਦੇ ਲੋਕ ਜਿਹੜੇ ਆ ਅਜਿਹੇ ਰਾਜਨੀਤਿਕ ਲੀਡਰਾਂ ਨੂੰ ਕਦੀ ਵੀ ਮੂੰਹ ਨਹੀਂ ਲਾਉਣਗੇ, ਕਦੀ ਵੀ ਅਜਿਹੀਆਂ ਪਾਰਟੀਆਂ ਦਾ ਸਾਥ ਨਹੀਂ ਦੇਣਗੇ ਜਿਹੜੀਆਂ ਕਿ ਧਰੁਵੀਕਰਨ ਦੀਆਂ ਰਾਜਨੀਤੀ ਕਰਦੇ ਹੋਣ, ਜਾਤ-ਪਾਤ ਦੀ ਰਾਜਨੀਤੀ ਕਰਦੇ ਹੋਣ, ਧਰਮ ਵਿਸ਼ੇਸ਼ ਦੀ ਰਾਜਨੀਤੀ ਕਰਦੇ ਹੋਣ। ਸੋ ਇਸ ਕਰਕੇ ਪੰਜਾਬ ਦੇ ਲੋਕ ਅੱਜ ਆਪਣੇ ਹੱਕਾਂ ਲਈ ਉੱਠ ਕੇ ਜਾਗਰੂਕ ਹੋ ਗਏ ਨੇ, ਇਕਜੁੱਟ ਹੈਗੇ ਨੇ ਔਰ ਸੱਚ, ਹੱਕ ਦੀ ਆਵਾਜ਼ ਜਿਹੜੀ ਉਹ ਬੁਲੰਦ ਕਰਦੇ ਨੇ। ਔਰ ਉਹਨਾਂ ਨੇ ਦੇਖ ਲਿਆ ਕਿ ਬਿਨਾਂ ਜ਼ੋਰ ਤੋਂ, ਬਿਨਾਂ ਤਾਕਤ ਤੋਂ, ਬਿਨਾਂ ਆਪਣੀ ਆਵਾਜ਼ ਬੁਲੰਦ ਕੀਤੇ ਕਿਸੇ ਵੀ ਗਰੀਬ, ਮਜ਼ਲੂਮ, ਸ਼ਰੀਫ ਨੂੰ ਇਨਸਾਫ ਜਿਹੜਾ ਉਹ ਨਹੀਂ ਦਿਵਾਇਆ ਜਾ ਸਕਦਾ। ਇਸ ਕਰਕੇ ਇਮੋਸ਼ਨਲ ਕਾਰਡ ਖੇਡਣ ਦੀ ਕੋਸ਼ਿਸ਼ ਜ਼ਰੂਰ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ। ਮੇਰੀ ਆਸ ਵੀ ਹੈ, ਉਮੀਦ ਵੀ ਹੈ ਔਰ ਮੇਰੀ ਚਾਹਤ ਵੀ ਹੈ ਔਰ ਮੈਂ ਦੇਖ ਵੀ ਪਾ ਰਿਹਾ ਹੈਗਾ ਕਿ ਲੋਕ ਇਹਨਾਂ ਲੀਡਰਾਂ ਦੇ ਇਸ ਇਮੋਸ਼ਨਲ ਕਾਰਡ ਦੇ ਅੰਦਰ ਨਹੀਂ ਆਉਣਗੇ। ਲੋਕ ਜਦੋਂ ਪੰਜਾਬ ਦੇ ਵਿੱਚ ਚੋਣ ਹੋਣੀ ਆ, ਹਰ ਕਨਸਟੀਟੂਐਂਸੀ ਦੇ ਵਿੱਚ ਲੋਕਾਂ ਨੇ ਲੋਕਲ ਮੁੱਦੇ ਦੇਖਣੇ ਹੈਗੇ ਆ। ਲੋਕਾਂ ਨੇ ਉਹ ਲੀਡਰਾਂ ਨੂੰ ਚੁਣਨਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਸੱਚੀ ਹੀ ਕਿਤੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੋਵੇ। ਲੋਕ ਜਿਹੜੇ ਰਾਜਨੀਤਿਕ ਲੀਡਰਾਂ ਨੂੰ ਸਵਾਲ ਕਰਨਾ ਸ਼ੁਰੂ ਹੋ ਗਏ ਨੇ। ਇਸ ਕਰਕੇ ਇਮੋਸ਼ਨਲ ਕਾਰਡ ਖੇਡਣਾ ਜਾਂ ਇਦਾਂ ਦੀ ਸਟ੍ਰੈਟਜੀ ਬਣਾਉਣੀ ਜਾਂ ਪੰਜਾਬ ਦੀ ਛਵੀ ਨੂੰ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ, ਸਿਕਿਉਰਿਟੀ ਬ੍ਰੀਚ ਦੀਆਂ, ਖਾਲਿਸਤਾਨੀ ਦੀਆਂ, ਵੱਖਵਾਦੀ ਗੱਲਾਂ ਕਰਕੇ ਜਿਹੜਾ ਨੈਸ਼ਨਲ ਇੰਟਰਨੈਸ਼ਨਲੀ ਪੰਜਾਬ ਦੀ ਛਵੀ ਨੂੰ ਧੂਮਿਲ ਕਰਨਾ, ਜਿਹੜਾ ਨਤੀਜਾ ਉਹ ਇਹਨਾਂ ਪਾਰਟੀਆਂ ਨੂੰ ਹੱਕ ਦੇ ਵਿੱਚ ਨਹੀਂ ਸਗੋਂ ਖਿਲਾਫ ਭੁਗਤੇਗਾ, ਜੋ ਮੈਂ ਉਮੀਦ ਕਰ ਰਿਹਾ। ਲੋਕ ਇਹਨਾਂ ਗੱਲਾਂ ਨੂੰ ਅੱਜ ਸਮਝਦੇ ਨੇ। ਇਹਨਾਂ ਭੇਡ ਚਾਲਾਂ ਨੂੰ, ਇਹਨਾਂ ਮਾੜੀਆਂ ਚਾਲਾਂ ਨੂੰ ਰਾਜਨੀਤਿਕ ਲੀਡਰਾਂ ਦੀਆਂ ਬੜੀਆਂ ਚੰਗੀ ਤਰ੍ਹਾਂ ਸਮਝਦੇ ਨੇ ਔਰ ਇਹਨਾਂ ਦਾ ਡਟ ਕੇ ਵਿਰੋਧ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਆਸ ਹੈ ਲੋਕ ਕਰਨਗੇ। ਅਸੀਂ ਆਪਣੇ ਇਸ ਪਲੇਟਫਾਰਮ ਤੋਂ ਨਿਰਪੱਖ ਹੋ ਕੇ ਹਰ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ ਔਰ ਅਸੀਂ ਸਾਹਮਣੇ ਰੱਖਦੇ ਹਾਂ ਜੋ ਪੰਜਾਬ ਦੇ ਲੋਕਾਂ ਦੇ ਬੁਨਿਆਦੀ ਮੁੱਦੇ ਨੇ, ਜੋ ਸਟੇਟ ਇਕਨੋਮੀ ਦਾ ਹਾਲ ਹੈ ਕਿ ਬੁਨਿਆਦੀ ਮੁੱਦਿਆਂ ਵੱਲ ਹਰ ਸਿਆਸੀ ਆਗੂ, ਹਰ ਸਿਆਸੀ ਪਾਰਟੀ ਧਿਆਨ ਦੇਵੇ। ਸਟੇਟ ਦੇ ਅਰਥਚਾਰੇ ਵੱਲ, ਸਟੇਟ ਦੀ ਇਕਨੋਮੀ ਵੱਲ
ਹਰ ਸਿਆਸੀ ਪਾਰਟੀ, ਹਰ ਸਿਆਸੀ ਆਗੂ ਧਿਆਨ ਦੇਵੇ, ਪਰ ਇਹਨਾਂ ਮੁੱਦਿਆਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ। ਇਹਨਾਂ ਮੁੱਦਿਆਂ ਵਾਸਤੇ ਕਿਸੇ ਕੋਲ ਕੋਈ ਸਟ੍ਰੈਟਜੀ ਨਹੀਂ, ਇਹਨਾਂ ਮੁੱਦਿਆਂ ਵਾਸਤੇ ਕਿਸੇ ਕੋਲ ਕੋਈ ਵਿਕਾਸ ਮਾਡਲ ਨਹੀਂ। ਇਹਨਾਂ ਮੁੱਦਿਆਂ ਦੇ ਉੱਤੇ ਕੋਈ ਸਿਆਸੀ ਆਗੂ, ਕੋਈ ਸਿਆਸੀ ਪਾਰਟੀ ਕੁਝ ਨਹੀਂ ਬੋਲਦੀ। ਅਗਲੀ ਗੱਲ ਆਪਾਂ ਕਰਾਂਗੇ, ਮੁੜ ਕੇ ਆਪਾਂ ਚੋਣਾਂ ਦੇ ਵਿਸ਼ੇ ਤੇ ਆਉਂਦੇ ਹਾਂ। ਆਪਾਂ ਗੱਲ ਕੀਤੀ ਕਿ ਵਰਚੁਅਲ ਮੀਟਿੰਗ ਕਰਕੇ ਪ੍ਰਾਈਮ ਮਿਨਿਸਟਰ ਸਾਹਿਬ ਇਹ ਸਾਰੀਆਂ ਅਨਾਉਂਸਮੈਂਟਸ ਕਰ ਸਕਦੇ ਨੇ ਜੋ ਪੰਜਾਬ ਦੇ ਵਾਸਤੇ ਉਹਨਾਂ ਨੇ ਨਿਰਧਾਰਿਤ ਕੀਤੀਆਂ ਨੇ, ਜੋ ਬਹੁਤ ਵੱਡਾ ਪੈਕੇਜ ਲੈ ਕੇ ਆਏ ਨੇ। ਕਹਿੰਦੇ ਸੀ ਕਿ ਫਿਰੋਜ਼ਪੁਰ ਰੈਲੀ ਦੇ ਵਿੱਚ ਉਹ ਸਾਰੀਆਂ ਅਨਾਉਂਸਮੈਂਟਸ ਕਰਨੀਆਂ ਨੇ, ਪਰ ਨਹੀਂ ਹੋ ਸਕੀਆਂ, ਕਾਰਨ ਜੋ ਵੀ ਰਹੇ। ਸੋ ਵਰਚੁਅਲ ਮੀਟਿੰਗ ਦੇ ਨਾਲ ਜਦੋਂ ਇਹ ਸਾਰੀਆਂ ਅਨਾਉਂਸਮੈਂਟਸ ਕਰ ਦਿੰਦੇ ਨੇ ਤਾਂ ਇਹ ਅਨਾਉਂਸਮੈਂਟਸ ਪੰਜਾਬੀਆਂ ਦਾ ਦਿਲ ਜਿੱਤਣ ਵਿੱਚ ਉਹਨਾਂ ਨੂੰ ਕਾਮਯਾਬੀ ਦਿਵਾਉਣਗੀਆਂ। ਉਹਨਾਂ ਅਨਾਉਂਸਮੈਂਟਸ ਦੇ ਆਧਾਰ ਦੇ ਉੱਤੇ ਬੀਜੇਪੀ ਪੰਜਾਬ ਦੇ ਵਿੱਚ ਚੋਣਾਂ ਜਿੱਤ ਸਕਦੀ ਹੈ, ਜੋ ਪੰਜਾਬ ਲੋਕ ਕਾਂਗਰਸ ਦੇ ਨਾਲ ਗੱਠਜੋੜ ਦੇ ਵਿੱਚ ਹੈ। ਦੇਖੋ, ਬੜੀ ਇੰਪੋਰਟੈਂਟ ਫੈਕਟਰ ਹੈਗਾ ਪੰਜਾਬ ਦੇ ਵਾਸਤੇ ਕੀ ਅਨਾਉਂਸਮੈਂਟਸ ਜਿਹੜੀਆਂ ਫਿਊਚਰ ਦੇ ਵਿੱਚ ਹੈਗੀਆਂ, ਕੀ ਭਵਿੱਖ ਦੇ ਗਰਭ ਦੇ ਵਿੱਚ ਹੈਗੀਆਂ। ਇਹ ਬੜਾ ਇੰਪੋਰਟੈਂਟ ਤੁਸੀਂ ਇੱਕ ਪਰਟੀਨੈਂਟ ਵਿਸ਼ਾ ਜਿਹੜਾ ਲਿਆ ਹੈਗਾ। ਜ਼ਰੂਰ ਜਦੋਂ ਵੀ ਕੋਈ ਰਾਜਨੀਤਿਕ ਪਾਰਟੀ ਜੇਕਰ ਕਿਸੇ ਵੀ ਸੂਬੇ ਦੇ ਹਿੱਤ ਦੀ ਗੱਲ ਕਰਦੀ ਹੈ, ਜੇ ਉਹਨਾਂ ਦੀ ਇੰਟੈਂਸ਼ਨ ਜਿਹੜੀ ਹੈ ਮਨੋ, ਜੇ ਉਹਨਾਂ ਦੀ ਨੀਅਤ ਚੰਗੀ ਹੈ ਕਿਸੇ ਸੂਬੇ ਦੇ ਲਈ, ਜੇ ਉਹ ਕਿਸੇ ਵੀ ਸੂਬੇ ਦੇ ਵਾਸੀਆਂ ਦਾ ਭਲਾ ਚਾਹੁੰਦੇ ਨੇ, ਜੇ ਕਿਸੇ ਵੀ ਆਮ ਲੋਕਾਂ ਦੇ ਗ੍ਰਾਸ ਰੂਟ ਲੈਵਲ ਦੇ ਉੱਤੇ, ਗਰਾਊਂਡ ਲੈਵਲ ਦੇ ਉੱਤੇ ਕਿਸੇ ਵੀ ਲੋਕ ਹਿੱਤ ਦੀ ਗੱਲ ਕਰਦੇ ਨੇ, ਉਹਨਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ, ਔਰ ਅਜਿਹੀਆਂ ਅਨਾਉਂਸਮੈਂਟਸ ਜੇ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਕਰਦੀ ਹੈ, ਜਿਹਦੇ ਨਾਲ ਜ਼ਮੀਨੀ ਹਕਾਇਕ ਜਿਹੜੇ ਆ ਪੰਜਾਬ ਦੇ ਬਦਲਣ, ਤੇ ਲੋਕ ਜਿਹੜੇ ਆ ਅੱਜ ਸਾਡੇ ਪੰਜਾਬ ਦੇ ਲੋਕ ਕੋਈ ਖਾਲਿਸਤਾਨੀ ਨਹੀਂ, ਕੋਈ ਵੱਖਵਾਦੀ ਨਹੀਂ, ਇੱਕ ਬਹੁਤ ਹੀ ਸੂਝਵਾਨ ਲੋਕਾਂ ਦਾ ਸਮਾਜ ਪੰਜਾਬ ਦੇ ਵਿੱਚ ਹੈਗਾ। ਉਹ ਫਿਰ ਜਿਹੜੀ ਗਾਂਹ ਵਧੂ ਸੋਚ ਹੁੰਦੀ ਹੈ, ਡਿਵੈਲਪਿੰਗ ਥਾਟਸ ਹੁੰਦੇ ਨੇ, ਚੰਗਾ ਥਿੰਕ ਟੈਂਕ ਹੁੰਦਾ, ਉਹਨੂੰ ਜ਼ਰੂਰ ਸਪੋਰਟ ਕਰਦੇ ਨੇ, ਉਹਨਾਂ ਦਾ ਸਹਿਯੋਗ ਜ਼ਰੂਰ ਕਰਦੇ ਨੇ। ਤੁਸੀਂ ਇਹ ਸੰਜੀਵ ਜੀ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਕਿ ਪੰਜਾਬ ਦੇ ਵਾਸੀਆਂ ਲਈ ਜੇ ਅੱਜ ਤੱਕ ਕਿਸੇ ਵੀ ਸੂਬੇ ਦੇ ਵਿੱਚ, ਕਿਸੇ ਵੀ ਦੇਸ਼ ਦੇ ਵਿੱਚ, ਜਾਂ ਕਿਸੇ ਵੀ ਇੰਟਰਨੈਸ਼ਨਲੀ ਵੀ, ਜਾਂ ਕਿਸੇ ਪਾਰਟਿਕੂਲਰ ਨਿੱਜੀ ਵੀ ਕਿਸੇ ਵਿਅਕਤੀ ਦੀ ਜੇ ਗੱਲ ਕਰੀਏ, ਜੇ ਪੰਜਾਬ ਦੇ ਲੋਕਾਂ ਲਈ ਕਿਸੇ ਵਿਅਕਤੀ ਨੇ ਕੋਈ ਗੱਲ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਨੇ ਉਹਦੇ ਨਾਲ 10 ਕਦਮ ਅੱਗੇ ਵੱਧ ਕੇ ਉਸ ਦੀ ਸਪੋਰਟ ਦੇ ਵਿੱਚ ਗੱਲ ਕੀਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੜਾ ਇੰਪੋਰਟੈਂਟ ਰਹੇਗਾ ਕਿ ਕਿੱਦਾਂ ਦੇ ਫੈਕਟਰਸ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਔਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪੰਜਾਬ ਦੇ ਲਈ ਕ੍ਰੀਏਟ ਕਰਦੇ ਨੇ, ਕਿੱਦਾਂ ਦੀਆਂ ਅਨਾਉਂਸਮੈਂਟਸ ਦਿੰਦੇ ਨੇ। ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰਾ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਏਗਾ ਔਰ ਬਹੁਤ ਸਾਰੇ ਲੈਜਿਸਲੇਟਿਵ ਰਿਫਾਰਮਸ ਹੋਣਗੇ, ਬਹੁਤ ਸਾਰੇ ਪਾਰਟੀਆਂ ਇੱਧਰ ਤੋਂ ਉੱਧਰ ਹੋਣਗੀਆਂ, ਬਹੁਤ ਸਾਰੇ ਲੀਡਰ ਇੱਧਰ ਤੋਂ ਉੱਧਰ ਹੋਣਗੇ। ਹਾਂ ਜ਼ਰੂਰ ਇਹ ਕੁਝ ਉਹਨਾਂ ਦੇ ਵਿੱਚੋਂ ਗੱਲਾਂ ਜਿਹੜੀਆਂ ਉਹ ਸਾਹਮਣੇ ਵੀ ਆਈਆਂ, ਪਰ ਕੁਝ ਅਜੇ ਵੀ ਜਿਹੜਾ ਫਿਊਚਰ ਦੇ ਹੱਥ ਵਿੱਚ ਹੈਗਾ, ਆਉਣ ਵਾਲੇ ਸਮੇਂ ਦੇ ਹੱਥ ਵਿੱਚ ਹੈਗਾ। ਮੈਂ ਚਾਹੁੰਦਾ ਕਿ ਕੋਈ ਵੀ ਗੱਲ ਇਹੋ ਜਿਹੀ ਐਂਟੀਸਿਪੇਟ ਨਾ ਕੀਤੀ ਜਾਵੇ ਜਿਹਦੇ ਨਾਲ ਲੋਕਾਂ ਦੀ ਕਿਸੇ ਤਰ੍ਹਾਂ ਦੀ ਕੋਈ ਧਾਰਨਾ ਬਣੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਫਲ ਨਾ ਹੋ ਸਕੇ। ਸੋ ਆਲ ਇਨ ਆਲ ਜੇ ਅਸੀਂ ਦੇਖੀਏ ਕਿ ਜੇ ਭਾਰਤੀ ਜਨਤਾ ਪਾਰਟੀ ਔਰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪੰਜਾਬ ਦੇ ਲਈ ਅੱਛੇ ਰੂਲਸ ਐਂਡ ਰੈਗੂਲੇਸ਼ਨਸ ਕਰਦੇ ਨੇ, ਜੇ ਉਹ ਅਮਲ ਦਰਾਮਦ ਉਹਨਾਂ ਦਾ ਹੋ ਸਕੇ, ਉਹਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਔਰ ਲੋਕਾਂ ਦਾ ਇਸਤੀਫਾਦਾ, ਲੋਕਾਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਉਸਦਾ ਕੋਈ ਫਾਇਦਾ ਹੋ ਸਕੇ, ਤੇ ਹਾਂ ਲੋਕ ਜਿਹੜਾ ਆਪਣਾ ਮਨ ਵਿਚਾਰ ਜਿਹੜਾ ਉਹ ਬਣਾਉਣ ਦੇ ਵਿੱਚ ਕੋਈ ਸਮਾਂ ਵੀ ਨਹੀਂ ਲਗਾਉਂਦੇ, ਲੋਕ ਉਹਨਾਂ ਦੀ ਸਪੋਰਟ ਕਰਨ ਲਈ ਤਿਆਰ ਵੀ ਹੋ ਸਕਦੇ ਨੇ। ਪਰ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਇਹ ਸਰਕਾਰਾਂ ਵੱਲੋਂ, ਜੋ ਕੁਝ ਦਿੱਲੀ ਦੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਵਾਸੀਆਂ ਨਾਲ ਕੀਤਾ ਗਿਆ, ਮੇਰੀ ਨਿੱਜੀ ਸੋਚ ਇਹ ਹੈਗੀ ਹੈ ਕਿ ਉਹ ਇਹ ਕਦੀ ਵੀ ਨਹੀਂ ਭੁਲਾਉਣਗੇ। ਉਹ ਅਗਲੇ ਗੱਲ ਲਈ ਜਾਣਾ ਵੀ ਤਿਆਰ ਨੇ ਔਰ ਡਿਵੈਲਪਮੈਂਟ ਦੇ ਹੱਕ ਦੇ ਵਿੱਚ ਵੀ ਪੰਜਾਬੀ ਖੜਾ ਹੈਗਾ। ਚੰਗੀਆਂ ਅਨਾਉਂਸਮੈਂਟਸ ਹੋਣ, ਲੋਕਾਂ ਤੱਕ ਹਰ ਗੱਲ ਪਹੁੰਚੇ, ਸਿਰਫ ਚੁਣਾਵੀ ਵਾਅਦੇ ਔਰ ਅਨਾਉਂਸਮੈਂਟਸ ਨਾ ਰਹਿ ਜਾਣ। ਸੋ ਇਹ ਗੱਲਾਂ ਬੜੀਆਂ ਇੰਪੋਰਟੈਂਟ ਹੈਗੀਆਂ। ਜੇ ਇਹ ਸਾਰੀਆਂ ਚੀਜ਼ਾਂ ਕੋਈ ਵੀ ਸਰਕਾਰ, ਕੋਈ ਵੀ ਵਿਅਕਤੀ ਅੱਛੀ ਨੀਅਤ ਨਾਲ, ਅੱਛੀ ਸੋਚ ਲਾਗੂ ਕਰੇ ਤੇ ਕਿਸੇ ਵੀ ਸੁਭਾਵਿਕ ਹੈ ਕਿਸੇ ਵੀ ਤਬਕੇ ਦਾ, ਕਿਸੇ ਵੀ ਸੂਬੇ ਦਾ, ਕਿਸੇ ਵੀ ਤਰ੍ਹਾਂ ਦੇ ਵੋਟਰ ਦਾ ਉਹਦੇ ਨਾਲ ਜੁੜਨਾ ਜਿਹੜਾ ਉਹ ਬੜਾ ਇੱਕ ਨੈਚੁਰਲ ਜੀ ਗੱਲ ਹੋ ਜਾਂਦੀ ਹੈ। ਉਹਦਾ ਇਫੈਕਟ ਪੋਜ਼ਿਟਿਵ ਜਿਹੜਾ ਉਹਨਾਂ ਪਾਰਟੀਆਂ ਨੂੰ, ਉਹਨਾਂ ਲੀਡਰਾਂ ਨੂੰ ਜ਼ਰੂਰ ਮਿਲਦਾ ਹੈਗਾ। ਜੀ ਪਵਨ ਜੀ, ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਬਣੇ ਤੇ ਆਪਣੇ ਬਣਦੇ ਵਿਚਾਰ ਪੰਜਾਬ ਦੀ ਸਿਆਸਤ ਦੇ ਉੱਤੇ ਸਾਡੇ ਨਾਲ ਸਾਂਝੇ ਕੀਤੇ। ਥੈਂਕ ਯੂ ਵੈਰੀ ਮਚ। ਪੰਜਾਬ ਦੇ ਲੋਕਾਂ ਦੀ ਭਲਾਈ ਇਸ ਵਿੱਚ ਹੈ ਕਿ ਪੰਜਾਬ ਦੀ ਖੇਤੀਬਾੜੀ ਵਿਕਾਸ ਕਰੇ, ਪੰਜਾਬ ਦੀ ਇੰਡਸਟਰੀ ਵਿਕਾਸ ਕਰੇ, ਖੇਤੀਬਾੜੀ ਤੇ ਇੰਡਸਟਰੀ ਦੇ ਸੁਮੇਲ ਦੇ ਨਾਲ ਨੌਕਰੀਆਂ ਪੈਦਾ ਹੋਣ, ਰੋਜ਼ਗਾਰ ਪੈਦਾ ਹੋਣ, ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲਣ ਤੇ ਉਹਨਾਂ ਦਾ ਜੀਵਨ ਤਰੱਕੀ ਕਰੇ। ਸਾਡੀ ਰੱਬ ਦੇ ਅੱਗੇ ਅਰਦਾਸ ਹੈ ਕਿ ਰੱਬ ਖੈਰ ਕਰੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਪ੍ਰੋਗਰਾਮ ਪੰਜਾਬ ਚਰਚਾ ਦਾ ਹਿੱਸਾ ਬਣੇ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।